ਸਾਡਾ ਜਿਹੜਾ ਅਜੋਕਾ ਸਮਾਜਿਕ ਸਿਸਟਮ ਹੈ, ਸਮਾਜਿਕ ਸੰਬੰਧ ਨੇ ਜਿਹੜੇ, ਉਹਨਾਂ ਵਿੱਚ ਔਰਤ ਬਹੁਤ ਮਹੱਤਵਪੂਰਨ ਹੈ। ਪ੍ਰਵਾਸ ਦਾ ਮਸਲਾ ਗੌਲਣਯੋਗ ਹੈ ਅਤੇ ਇਹਨਾਂ ਸਾਰਿਆਂ ਦੇ ਸਮਾਨਾਂਤਰਤਾ ਦੇ ਵਿੱਚ ਵਧੇਰੇ ਧਿਆਨ ਦੀ ਮੰਗ ਕਰਦਾ ਹੈ ਦਲਿਤ। ਕਿਉਂਕਿ ਜਦੋਂ ਅਸੀਂ ਪ੍ਰਵਾਸ ਦੀ ਗੱਲ ਕੀਤੀ ਹੈ ਜਾਂ ਦਲਿਤ ਦੀ ਗੱਲ ਕੀਤੀ ਹੈ ਜਾਂ ਔਰਤ ਦੀ, ਤਾਂ ਦਲਿਤ ਇੱਕ ਐਸਾ ਕਨਸੈਪਟ ਹੈ ਜਿਹੜਾ ਪ੍ਰਵਾਸ ਅਤੇ ਨਾਰੀ ਦੇ ਸਨਮਾਨ, ਸਵੈਮਾਨ, ਉਹਦੀ ਮੁਸ਼ਕਿਲਾਂ ਨੂੰ ਲਪੇਟ ਲੈਂਦਾ, ਆਪਣੇ ਅੰਦਰ ਸਮੋ ਲੈਂਦਾ ਉਹ। ਕੱਲ੍ਹ ਸਵੇਰ ਵੇਲੇ 2-3 ਇੰਪੋਰਟੈਂਟ ਜਿਹੜੇ ਮਸਲੇ ਉਠਾਏ ਗਏ ਉਹ ਇਹ ਸੀ, ਜਿਵੇਂ ਪ੍ਰੋਫੈਸਰ ਯੋਗਰਾਜ ਉਹਨਾਂ ਨੇ ਵੀ ਕਿਹਾ ਹੁਣੇ, ਮੇਰਾ ਪੇਪਰ ਵੀ ਉਹਦੇ ਨਾਲ ਸੰਬੰਧਿਤ ਹੀ ਹੈ। ਕੋਸ਼ਿਸ਼ ਮੈਂ ਕਰੂੰਗਾ ਕਿ 2-4 ਗੱਲਾਂ ਜਿਹੜੀਆਂ ਨੇ ਉਸੇ 'ਤੇ ਕੇਂਦਰਿਤ ਰੱਖੀਆਂ ਜਾਣ ਕਿ ਸਾਡੇ ਕੋਲ ਸਾਹਿਤਕਾਰ ਵੀ ਨੇ, ਦਲਿਤ ਵਰਗ ਨਾਲ ਸੰਬੰਧਿਤ ਸਾਹਿਤਕਾਰ ਵੀ ਨੇ, ਭਾਵੇਂ ਔਰਤਾਂ ਦੀ ਗਿਣਤੀ ਥੋੜ੍ਹੀ ਹੈ। ਸਾਹਿਤ ਵੀ ਹੈ, ਪੰਜਾਬੀ ਕਹਾਣੀ ਦਾ ਬਹੁਤ ਵੱਡਾ ਖੇਤਰ ਹੈ। ਨਾਵਲ 'ਚ ਕੁਝ ਕਮੀ ਹੋ ਸਕਦੀ ਹੈ, ਸਵੈ ਜੀਵਨੀ ਬਹੁਤ ਲਿਖੀ ਗਈ ਹੈ। ਕਵਿਤਾ ਦੇ ਖੇਤਰ ਵਿੱਚ ਵੀ ਗੁਰੂ ਰਵਿਦਾਸ ਤੋਂ ਲੈ ਕੇ ਹੁਣ ਆਧੁਨਿਕ ਕਾਲ ਤੱਕ ਇੱਕ ਬਹੁਤ ਵੱਡੀ ਲੜੀ ਹੈ। ਔਰ ਡਾਕਟਰ ਰਾਜਕੁਮਾਰ ਹੰਸ ਜੀ ਨੇ ਕੱਲ੍ਹ ਕੁਛ ਉਹਨਾਂ ਔਰਤ ਲੇਖਕਾਵਾਂ ਦਾ ਜ਼ਿਕਰ ਕੀਤਾ ਸੀ, ਡਾਕਟਰ ਸਿਰਸਾ ਨੇ ਵੀ, ਜਿਨ੍ਹਾਂ ਨੂੰ ਅਸੀਂ ਇਤਿਹਾਸ ਦੇ ਪਾਤਰ ਹੁਣ ਤੱਕ ਸਮਝਿਆ ਨਹੀਂ ਹੈ। ਸੋ ਇਹ 3 ਮਸਲੇ ਜਿਹੜੇ ਨੇ ਸਾਡੇ ਲਈ ਸਮਝਦਾਰੀ ਦਾ ਇੱਕ ਰਾਹ ਅਖਤਿਆਰ ਕਰਨ ਲਈ ਨੇ ਕਿ ਇੱਕ ਤਾਂ ਉਹਦੀ ਇਤਿਹਾਸਕਾਰੀ ਵਿੱਚ ਸਭ ਤੋਂ ਪਹਿਲਾ ਕੰਮ ਹੋਣਾ ਚਾਹੀਦਾ ਸੀ, ਜਿਹੜਾ ਨਹੀਂ ਹੋਇਆ ਹੈ। ਦੂਸਰਾ ਹੈ ਵਿਚਾਰਧਾਰਕ ਮਸਲਿਆਂ ਦਾ। ਤੀਸਰਾ ਜਿਹੜਾ ਹੈ ਪਰਟੀਕੂਲਰ ਕਿ ਕੀ ਇਸ ਦਾ ਕੋਈ ਕਾਵਿ ਸ਼ਾਸਤਰ ਵੀ ਹੋਣਾ ਚਾਹੀਦਾ ਜਾਂ ਨਹੀਂ। ਜਦੋਂ ਇਤਿਹਾਸ ਨਾਲ ਸੰਬੰਧਿਤ ਮਸਲੇ ਨਹੀਂ ਨਜਿੱਠੇ ਗਏ ਤਾਂ ਫਿਰ ਵਿਕੁਲਤਰੇ ਰੂਪ ਦੇ ਵਿੱਚ ਸਾਹਿਤਕ ਚੀਜ਼ਾਂ ਜੋ ਆਈਆਂ ਨੇ ਉਹਨਾਂ ਨੂੰ ਕਾਵਿ ਸ਼ਾਸਤਰੀ ਨਿਯਮਾਂ ਅਨੁਸਾਰ ਅਸੀਂ ਕਿਵੇਂ ਨਿਯਮਬੱਧ ਕਰਾਂਗੇ। ਸੋ ਮੈਨੂੰ ਇਹ ਬਹੁਤ ਅੱਛਾ ਲੱਗਿਆ ਕਿ ਮਸਲੇ ਇੱਥੋਂ ਉਠਾਏ ਗਏ ਨੇ ਔਰ ਆਉਣ ਵਾਲੇ ਸਮੇਂ ਵਿੱਚ ਮੈਂ ਆਪਣੇ ਆਪ ਨੂੰ ਜਿੰਨਾ ਕੁ ਮੈਂ ਕਰ ਸਕਦਾ, ਮੇਰੇ ਮਨ 'ਚ ਕੱਲ੍ਹ ਕਾਫੀ ਤਬਦੀਲੀ ਆਈ ਕਿ ਬਾਕੀ ਕੰਮ ਛੱਡ ਛੁਡਾ ਕੇ ਇਸ ਸਾਡੇ ਜਿਹੜੇ ਪ੍ਰਬੁੱਧ ਅਧਿਆਪਕ ਨੇ ਉਹਨਾਂ ਦੀ ਅਗਵਾਈ ਵਿੱਚ ਅਸੀਂ ਇਹ ਕੰਮ ਜ਼ਰੂਰ ਕਰੀਏ, ਕਿਉਂਕਿ ਦਲਿਤ ਸਾਹਿਤ ਨੇ ਪਰਟੀਕੂਲਰ ਨਾਰੀ ਦੇ ਪ੍ਰਸੰਗ ਵਿੱਚ ਪੂਰੇ ਸਮਾਜ ਨੂੰ ਆਪਣੇ ਕਲੇਵਰ 'ਚ ਲਿਆ ਹੋਇਆ। ਇਸ ਤੋਂ ਬਿਨਾਂ ਨਾ ਸਾਡਾ ਸਮਾਜ ਸੰਪੂਰਨ ਹੈ ਅਤੇ ਨਾ ਹੀ ਸਾਡਾ ਸਾਹਿਤ ਸੰਪੂਰਨ ਰਹੇਗਾ। ਜੇ ਇੱਕ ਚੀਕ ਜਿਹੜੀ ਤੁਸੀਂ ਗਲੀਆਂ 'ਚ ਦੇਖਦੇ ਹੋ ਜਾਤ ਆਧਾਰਿਤ ਜਾਂ ਇੱਕ ਨਾਰੀ ਹੋਣ ਦੇ ਸੰਤਾਪ ਦੇ ਵਿੱਚੋਂ ਨਿਕਲਦੀ ਹੈ, ਜੇ ਉਹਨੂੰ ਨਹੀਂ ਸੁਣੋਗੇ, ਬਾਕੀ ਬਹੁਤ ਕੁਛ ਹੈ ਤੁਹਾਡੇ ਕੋਲ। ਉਹ ਚੀਕ ਤੋਂ ਬਿਨਾਂ ਇਹ ਅਧੂਰਾਪਣ ਲੈ ਕੇ ਅਸੀਂ ਜੇ ਚੱਲਾਂਗੇ ਕਾਫੀ ਲੰਮਾ ਸਮਾਂ, ਮੈਂ ਸਮਝਦਾ ਉਹ ਸਾਡੀ ਕਮੀ ਰਹੇਗੀ। ਮੈਂ ਥੋੜ੍ਹਾ ਯਤਨ ਕਰੂੰਗਾ ਕਿ ਜਿਹੜੀ ਸਾਡੀ ਪੋਇਟਰੀ ਹੈ, ਦਲਿਤ ਕਾਵਿ ਹੈ, ਉਸ ਦਾ ਕਾਵਿ ਸ਼ਿਲਪ ਜਿਹੜਾ ਹੈ, ਉਹਦੀ ਸੁਹਜ ਜਿਹੜਾ ਹੈ, ਸੁੰਦਰਤਾ ਜਿਹੜੀ ਹੈ, ਉਹ ਕਿਸ ਕਿਸਮ ਦੀ ਹੈ, ਕਿ ਉਹਦੇ ਲਈ ਕੋਈ ਕਾਵਿ ਸ਼ਾਸਤਰੀ ਨੇਮ ਜ਼ਰੂਰੀ ਵੀ ਨੇ ਕਿ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਡਾਕਟਰ ਸੰਤੋਖ ਸਿੰਘ ਸੁੱਖੀ ਦੀਆਂ ਧਾਰਨਾਵਾਂ 4 ਸੀਗੀਆਂ, ਉਹ ਨਹੀਂ ਆ ਸਕੇ, ਬਿਮਾਰ ਨੇ। ਉਹ ਸੰਖੇਪ 'ਚ 1 ਜਾਂ 2 ਮਿੰਟ 'ਚ ਕਹਿ ਕੇ ਆਪਣੀ ਗੱਲ ਕੰਟੀਨਿਊ ਕਰੂੰਗਾ, ਕਿਉਂਕਿ ਮੇਰੇ ਤੋਂ ਬਾਅਦ ਪੇਪਰ ਸੀ ਉਹਨਾਂ ਦਾ। ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਰਵਿਦਾਸ ਜੀ ਦਾ, ਕਬੀਰ ਅਤੇ ਰਵਿਦਾਸ ਦਾ, ਗੁਰੂ ਨਾਨਕ ਦੇਵ ਜੀ ਬਾਣੀ ਤੱਕ ਬਹੁਤ ਵੱਡਾ ਮਹੱਤਵ ਹੈ। ਉਹਨਾਂ ਨੇ ਵਿਚਾਰਧਾਰਕ ਤੌਰ ਦੇ ਉੱਪਰ ਇੱਕ ਵਿਸ਼ੇਸ਼ ਸੰਸਕ੍ਰਿਤੀ ਦੇ ਵਿੱਚੋਂ ਜਿਸ ਕਿਸਮ ਦਾ ਦੁਖਾਂਤ ਸਿਰਜਿਆ ਗਿਆ, ਉਸ ਦੁਖਾਂਤ ਨੂੰ ਕਾਵਿ ਦੇ ਮਾਧਿਅਮ ਰਾਹੀਂ ਬਾਣੀ ਦੇ ਪ੍ਰਸੰਗ ਵਿੱਚ ਪੇਸ਼ ਕੀਤਾ। ਔਰ ਖਾਸ ਤੌਰ 'ਤੇ ਉਸ ਸਮੇਂ ਦੇ ਬ੍ਰਾਹਮਣੀਕਲ ਸਿਸਟਮ ਵਿੱਚ ਸੰਵਾਹਕ ਦੇ ਰੂਪ ਵਿੱਚ, ਇੱਕ ਮੁਖੀ ਦੇ ਰੂਪ ਵਿੱਚ ਜੋ ਕੰਮ ਬ੍ਰਾਹਮਣੀ ਕਲਚਰ ਕਰ ਰਿਹਾ ਸੀ, ਉਹਨੂੰ ਕਾਊਂਟਰ ਕਰਕੇ ਅੱਗੇ ਉਸ ਦੀ ਇੱਕ ਪਰੰਪਰਾ ਨੂੰ ਤੋੜਨ ਦਾ ਯਤਨ ਕੀਤਾ ਸੀ, ਸਾਰੇ ਜਾਣਦੇ। ਉਸ ਤੋਂ ਬਾਅਦ ਸਾਡੇ ਕੋਲ ਭਗਤੀ ਕਾਵਿ ਤੋਂ ਬਾਅਦ ਆਤਰ ਮੰਡਲ ਲਹਿਰ ਆਉਂਦੀ ਹੈ। ਆਤਰ ਮੰਡਲ ਲਹਿਰ ਦੇ ਬਾਰੇ ਬੋਲਿਆ ਗਿਆ ਸੀ ਕਿ ਉਹ ਸਮਕਾਲੀ ਮਸਲਿਆਂ ਦੇ ਵਿੱਚ ਇੱਥੋਂ ਤੱਕ ਸਿੱਖੀ ਨੂੰ ਵੀ ਨਿਖਿੱਧ ਸਮਝਦੀ ਹੈ, ਅਲੱਗ ਕਰਦੀ ਹੈ। ਜਿਹੜੀ ਜਾਤ ਨਾਲ ਜੁੜੀ ਪਰੰਪਰਾ ਦੇ ਸੰਵਾਹਕ ਸੀ ਉਹਨਾਂ ਨੂੰ ਤਾਂ ਰੱਦ ਕਰਨਾ ਹੀ ਹੈ। ਉਹਨੇ ਆਪਣੀ ਆਇਡੈਂਟੀਟੀ ਨੂੰ ਲਿਆਂਦਾ। ਉਸ ਨਾਲ ਸੰਬੰਧਿਤ ਗੁਰਦਾਸ ਰਾਮ ਆਲਮ ਅਤੇ 7-8 ਕਵੀ ਹੋਰ ਨੇ ਜਿਹੜੇ ਉਹ ਇਸ ਰੰਗ ਨੂੰ ਅੱਗੇ ਤੋਰਦੇ ਨੇ। ਉਸ ਤੋਂ ਬਾਅਦ ਸਾਡੇ ਕੋਲ ਮੂਵਮੈਂਟ ਆਉਂਦੀ ਹੈ ਜਿਹਨੂੰ ਅਸੀਂ ਖਾੜਕੂ ਮੂਵਮੈਂਟ ਕਹਿੰਦੇ ਹਾਂ। ਇੱਕ ਖਾਸ ਕਿਸਮ ਦਾ ਵਿਦਰੋਹ ਹੈ ਉਸ ਕਾਵਿ ਦੇ ਵਿੱਚ, ਵਿਵਸਥਾ ਪ੍ਰਤੀ ਨਹੀਂ ਹੈ ਉਹ ਜਿਹਨੂੰ ਅਸੀਂ ਕੋਈ ਹੋਰ ਨਾ ਦਿੰਦੇ। ਸਮਾਜਿਕ ਵਿਵਸਥਾ 'ਚ, ਉਸੇ ਵਿਵਸਥਾ 'ਚ ਰਹਿੰਦਿਆਂ ਹੋਇਆਂ ਇਸ ਰਾਜ ਸੱਤਾ ਨੂੰ ਬਦਲਾਉਣ ਦੇ ਲਈ ਇੱਕ ਖਾਸ ਕਿਸਮ ਦੀ ਆਈਡੀਆਲੋਜੀ ਨੂੰ ਲੈ ਕੇ ਆਉਂਦੀ ਆ ਉਹਦੇ ਵਿੱਚ ਸਾਡੇ ਕੋਲ 2 ਕਵੀ ਜਿਹੜੇ ਮਹੱਤਵਪੂਰਨ ਨੇ, ਉਹ ਇਸ ਲੜੀ ਦੇ ਵਿੱਚ ਪਰੋਏ ਹੋਏ ਨੇ। ਪਰ ਉਹ ਆਪਣੇ ਆਪ ਨੂੰ ਮੈਂ ਕਹਿੰਦਾ ਹਾਂ, ਉਸ ਨੂੰ ਉਸ ਸਮੇਂ ਦੀ ਮਾਰਕਸਵਾਦੀ ਦ੍ਰਿਸ਼ਟੀਕੋਣ ਦੇ ਤਹਿਤ ਮਾਰਕਸੀ ਬਣਾਇਆ ਗਿਆ, ਜਦਕਿ ਸਮੱਸਿਆ ਉਹਦੀ ਦੁੱਖ ਜਿਹੜਾ, ਉਹਦਾ ਸੰਕਟ ਜਿਹੜਾ ਸੀ, ਉਹ ਇੱਕ ਦਲਿਤ ਦਾ ਸੰਕਟ ਸੀ। ਉਸ ਨੂੰ ਲਿਬਰੇਟ ਨਹੀਂ ਕੀਤਾ ਗਿਆ ਦਲਿਤ ਦੇ ਮਸਲੇ 'ਤੇ। ਸ਼ਾਇਦ ਇਹ ਜਿਵੇਂ ਕਿਹਾ ਜਾਂਦਾ ਕਿ ਚਿੰਤਕਾਂ ਦਾ ਮਸਲਾ ਸੀ, ਇਹ ਸਮਝਣ ਵਾਲੇ ਦਾ ਮਸਲਾ ਸੀ। ਆਖਰੀ ਗੱਲ ਜਿਹੜੀ ਹੈ ਮੈਂ ਉਹ ਕਹਿਣਾ ਚਾਹੁੰਦਾ ਕਿ ਫਿਰ
1990 ਤੋਂ ਬਾਅਦ ਦਾ ਜਿਹੜਾ ਪੀਰੀਅਡ ਹੈ ਉਹ ਹੈ ਆਧੁਨਿਕ ਪੰਜਾਬੀ ਦਲਿਤ ਕਾਵਿ ਦਾ। ਉਹਦੇ ਵਿੱਚ ਬਲਬੀਰ ਮਾਧੋਪੁਰੀ ਜੀ ਨੇ, ਬਹੁਤ ਸਾਰੇ ਦੋਸਤ ਕੱਲ੍ਹ ਸ਼ਾਮ ਦੀ ਕਵੀ ਦਰਬਾਰ ਵਿੱਚ ਵੀ ਸ਼ਾਮਿਲ ਹੋਏ ਸੀ। ਇਹਨਾਂ ਕਵੀਆਂ ਦਾ ਮੂਲ ਜਿਹੜਾ ਹੈ ਅੰਤਰ ਉਹ ਕੀ ਹੈ, ਮੈਂ ਥੋੜ੍ਹਾ ਇਸ 'ਤੇ ਆ ਕੇ ਅਗਲੀ ਗੱਲ ਮੈਂ ਰੱਖੂੰਗਾ ਕਿ ਜੇ ਇਸ ਕਾਵਿ ਨੂੰ ਸਮਝਣਾ ਹੈ। ਮੈਂ ਤਾਂ ਇੱਕ ਲਫ਼ਜ਼ ਕਹਿਣਾ ਭੁੱਲ ਗਿਆ ਕਿ ਆਲੋਚਕਾਂ ਨੇ ਵੀ, ਆਲੋਚਨਾ ਦੇ ਖੇਤਰ ਵਿੱਚ ਵੀ ਪ੍ਰੋਫੈਸਰ ਯੋਗਰਾਜ ਨੇ, ਡਾਕਟਰ ਸਰਬਜੀਤ ਹੈ, ਡਾਕਟਰ ਸਿਰਸਾ ਹੈ, ਜਸਵੀਰ ਸਿੰਘ ਕੇਸਰ ਨੇ, ਹੋਰ ਬਹੁਤ ਸਾਰੇ ਆਲੋਚਕ ਨੇ ਜਿਨ੍ਹਾਂ ਨੇ ਕੁਝ ਧਾਰਨਾਵਾਂ ਡਿਵੈਲਪ ਕੀਤੀਆਂ ਨੇ, ਪਰ ਮੁਕੰਮਲ ਤੌਰ 'ਤੇ ਹਾਲੇ ਇਸ 'ਤੇ ਕੰਮ ਨਹੀਂ ਹੋਇਆ। ਜੇ ਕਿਤੇ ਇਸ ਖੇਤਰ ਵਿੱਚ ਆਲੋਚਕ ਹੀ ਆਪਣਾ ਫਰਜ਼ ਨਿਭਾਉਂਦਾ, ਕਾਵਿ ਸ਼ਾਸਤਰੀ ਨਿਯਮਾਂ ਨੂੰ ਥੋੜ੍ਹਾ ਬਹੁਤ ਅੱਗੇ ਤੁਰਿਆ ਜਾ ਸਕਦਾ ਸੀ। ਹਾਂ, ਇਹ ਹੈ ਕਾਵਿ ਕੀ, ਇਹ ਸਾਹਿਤ ਕੀ ਹੈ। ਇੱਕ ਮੈਂ ਸਮਝਦਾ ਤੁਹਾਡੇ ਸਾਹਮਣੇ ਇੱਕ ਫਾਰਮੂਲੇਸ਼ਨ ਮੈਂ ਰੱਖਣ ਲੱਗਾ ਕਿ ਵਿਸਥਾਪਿਤ ਮਨੁੱਖ ਹੈ। ਇਹ ਵਿਸਥਾਪਨ ਦਾ ਦੋ ਪੱਧਰ 'ਤੇ ਹੋਇਆ ਹੈ। ਵਿਸਥਾਪਨ ਦੇ ਅੰਦਰ ਇਸ ਦੇ ਕੋਲ ਇੱਕ ਤਾਂ ਇਕੋਨਮੀ ਦੇ ਪੱਧਰ 'ਤੇ ਦਾ ਵਿਸਥਾਪਨ ਹੋਇਆ, ਇੱਕ ਸੋਸ਼ਲ ਜਿਹੜੀ ਲਾਈਫ ਸੀ, ਸਮਾਜਿਕ ਜ਼ਿੰਦਗੀ ਜਿਹੜੀ ਸੀ, ਉਹਦੇ 'ਤੇ ਵਿਸਥਾਪਨ ਹੋਇਆ ਇਹਦਾ। ਇਸ ਨਾਲ ਸੰਬੰਧਿਤ ਜਿਹੜਾ ਯਥਾਰਥ ਹੈ, ਜੋ ਭੋਗ ਰਿਹਾ ਹੈ, ਉਹ ਦੋ ਕਿਸਮ ਦਾ ਹੈ। ਸਮਾਜਿਕ ਪੱਧਰ 'ਤੇ ਇੰਡੀਪੈਂਡੈਂਟ ਜੀਵਨ ਵੀ ਜੀਵ ਰਿਹਾ ਦਲਿਤ। ਉਹ ਕੋਈ ਪਿੰਡ ਵਿੱਚ ਰਹਿੰਦਿਆਂ, ਗਲੀਆਂ 'ਚ ਰਹਿੰਦਿਆਂ, ਵਿਆਹ ਸ਼ਾਦੀਆਂ ਦੇ ਵਿੱਚ, ਖਾਣ ਪਾਣ ਦੇ ਵਿੱਚ ਅਲੱਗ ਲਾਈਨ 'ਚ ਨਹੀਂ ਬੈਠਾ ਹੋਇਆ। ਉਹ ਪਿੰਡ ਵਿੱਚ ਰਹਿੰਦਿਆਂ ਹੋਇਆ ਇੱਕ ਤਾਂ ਸੁਤੰਤਰ ਜੀਵਨ ਜੀ ਰਿਹਾ, ਆਪਣਾ ਸਾਂਝਾ ਜੀਵਨ, ਮੁੱਖ ਧਾਰਾ ਦਾ ਜੀਵਨ। ਦੋਸਤੋ, ਮੈਂ ਕਹਿਣਾ ਚਾਹੁੰਦਾ ਕਿ ਇੱਕ ਅਸਲ ਜੀਵਨ ਜਿਹੜਾ ਉਸਦਾ ਹੈ, ਜਿਸ ਨੂੰ ਅਸੀਂ ਕਾਵਿ ਦੀ ਵਸਤੂ ਬਣਾਇਆ ਹੋਇਆ ਯਥਾਰਥ ਹੈ ਜਿਹੜਾ, ਉਹ ਅਲੱਗ ਕਿਸਮ ਦਾ ਹੈ। ਸੋ ਅਸੀਂ ਸਾਰੇ ਇੱਕੋ ਕਿਸਮ ਦਾ ਜੀਵਨ ਜੀਵ ਰਹੇ ਹਾਂ, ਜਿਹੜੇ ਉੱਪਰਲੇ ਵਰਗ 'ਚੋਂ ਜਾਂ ਮੁੱਖ ਧਾਰਾ ਦੇ ਲੋਕ ਹਾਂ, ਪਰ ਦਲਿਤ ਜੀਵਨ ਜਿਹੜਾ ਹੈ ਉਹ ਮਿਸ਼ਰਤ ਇੱਕ ਕਿਸਮ ਦਾ ਜੀਵਨ ਜੀਵ ਰਿਹਾ ਹੈ। ਇੱਕ ਸੁਤੰਤਰ ਜੀਵਨ ਜਿਹੜਾ ਉਹਨੂੰ ਜਿਉਣ ਨਹੀਂ ਦਿੱਤਾ ਜਾਂਦਾ, ਇੱਕ ਦੂਸਰਾ ਜੀਵਨ ਜਿਹਦੇ ਵਿੱਚ ਉਹ ਸੰਤਾਪ ਭੋਗਦਾ। ਮੈਂ ਉਹਨੂੰ ਉਹਦੇ ਵਿੱਚ ਆਕਰੋਸ਼ ਵੀ ਹੈ, ਵਿਰੋਧ ਵੀ ਹੈ, ਪ੍ਰਤੀਰੋਧ ਵੀ ਹੈ। ਉਹਦੀਆਂ ਮੈਂ ਉਦਾਹਰਨਾਂ ਵਿੱਚ ਕਾਵਿ ਦੇ ਵਿੱਚੋਂ ਦਊਂਗਾ। ਮੈਂ ਇੱਕ ਗੱਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ ਕਿ ਮੈਂ ਕੋਈ ਜਿਹੜੇ ਸਾਡੇ ਇੱਕ ਪਰੰਪਰਾ ਦੇ ਵਿੱਚ ਸ਼ੋਧ ਸ਼ਾਸਤਰ ਦੇ ਚਿੰਤਕ ਸੀ, ਉਹਨਾਂ ਨੂੰ ਮੈਂ ਕਿਸੇ ਦਾ ਵੀ ਨਾਂ ਨਹੀਂ ਲਊਂਗਾ। ਮੈਨੂੰ ਚੰਗਾ ਲੱਗਿਆ ਕਿ ਕੁਝ ਮੇਰੇ ਜਿਹੜੇ ਸਮਕਾਲੀ ਮਿੱਤਰ ਨੇ ਕਵੀ, ਉਹਨਾਂ ਦੇ ਕਵਿਤਾਵਾਂ ਹੀ ਕਾਵਿ ਸ਼ਾਸਤਰ ਦੇ ਨੇਮ ਪ੍ਰਤੀਬੱਧ ਕਰਦੀਆਂ ਨੇ। ਸੋ ਮੈਂ ਟੈਕਸਟ ਦੇ ਰਾਹੀਂ ਕੁਝ ਟੈਕਸਟ ਤੁਹਾਡੇ ਸਾਹਮਣੇ ਰੱਖੂੰਗਾ ਅਤੇ ਉਹਦੇ 'ਚ ਕੀ ਹੈ, ਕਿਸ ਆਧਾਰ ਦੇ ਉੱਪਰ ਇਸ ਕਵਿਤਾ ਨੂੰ ਸਮਝਿਆ ਜਾਵੇ। ਵਿਸਥਾਪਨ ਦਾ ਜਿਹੜਾ ਕਾਵਿ ਹੈ, ਇਹਦੇ ਬੁਨਿਆਦੀ ਸਵਾਲ ਇਹੀ ਨੇ ਕਿ ਇੱਕ ਵਿਅਕਤੀ ਸਮਾਜਿਕ ਪੱਧਰ ਦੇ ਉੱਪਰ ਜਾਤ ਆਧਾਰਿਤ ਨਫ਼ਰਤ ਦੇ ਵਿੱਚ ਜੀਵ ਰਿਹਾ ਅਤੇ ਇਕੋਨਮੀ ਦੇ ਪੱਧਰ 'ਤੇ ਵੀ ਉਹ ਬਹੁਤ ਹੀ ਨੀਵੇਂ ਪੱਧਰ 'ਤੇ ਜੀਵ ਰਿਹਾ। ਉਹਦੀ ਮੁਕਤੀ ਕਿਵੇਂ ਹੋਵੇ? ਸਾਹਿਤਕਾਰ ਆਪਣੇ ਪੱਧਰ 'ਤੇ ਉਹਦੀ ਸੰਵੇਦਨਾ ਜਿਹੜੀ ਹੈ, ਜੋ ਉਹਨੇ ਅਤੀਤ ਵਿੱਚ ਸਹਿਣ ਕੀਤਾ ਹੈ, ਜੋ ਉਹਨੇ ਭੋਗਿਆ ਹੈ, ਜੋ ਦੰਭ ਉਹਦੇ ਜਾਤ ਦੀ ਵੰਡ, ਜਾਤੀ ਤਿਰਸਕਾਰ ਭੋਗਿਆ ਹੈ, ਉਹਦੀ ਕਾਵਿਕ ਅਭਿਵਿਅਕਤੀ ਉਸਨੇ ਕੀਤੀ ਹੈ। ਉਹ ਕਿਸ ਕਿਸਮ ਦੀ ਸਥਿਤੀਆਂ ਨੇ। ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਕਿ ਇਹਦੇ ਬੈਕਗਰਾਊਂਡ 'ਤੇ ਕੀ ਹੈ। ਅਸੀਂ ਰਵਿਦਾਸ, ਕਬੀਰ, ਨਾਮਦੇਵ, ਨਾਨਕ ਤੋਂ ਲੈ ਕੇ ਆਉਣ ਵਾਲੇ ਇਸ ਕਾਵਿ ਪਰੰਪਰਾ ਦੇ ਵਿੱਚ ਇਹਦੇ ਨਾਇਕ ਜਿਹੜੇ ਨੇ, ਉਹਨਾਂ ਦੀ ਗੱਲ ਕਰਦੇ ਰਹਿੰਦੇ ਅਕਸਰ। ਅੰਬੇਡਕਰ ਨੇ ਆਪਣੇ ਵਿਚਾਰ ਦਰਸ਼ਨ ਰਾਹੀਂ ਇਸ ਭਾਰਤ ਦੇ ਵਿੱਚ ਇੱਕ ਕਨਸੈਪਟ ਦਿੱਤਾ ਕਿ ਮਨੁੱਖ ਸੁਤੰਤਰ ਨਹੀਂ ਹੈ ਜਦ ਤੱਕ ਉਸਦੀ ਸਮਾਜਿਕ ਆਜ਼ਾਦੀ ਅਧੂਰੀ ਹੈ। ਮਾਰਕਸ ਇਕੋਨਮੀ ਦੇ ਲੈਵਲ 'ਤੇ ਗੱਲ ਕਰਦਾ, ਪਰ ਕੀ ਕਰੀਏ, ਇਕੋਨਮੀ ਦੇ ਨਾਲ ਸਮਾਜਿਕ ਜਿਹੜੀ ਭਿੰਨਤਾ ਹੈ, ਸਮਾਜਿਕ ਵਖਰੇਵਾਂ ਜਿਹੜਾ ਹੈ, ਜਾਤੀ ਦਾ ਵੰਡ ਹੈ, ਉਹ ਦੂਰ ਹੋ ਜਾਏਗੀ। ਮੈਂ ਇਹਦੀ ਜਾਣ ਦੇਣੀ ਚਾਹੁੰਦਾ ਕਿ ਜੇ ਇਹ ਪੋਸੀਬਲ ਹੁੰਦਾ ਕਿ ਇਕਨੋਮਿਕ ਡਿਟਰਮਿਨਿਜ਼ਮ ਜਿਹੜਾ ਹੈ ਉਹ ਸੋਸ਼ਲ ਫਿਨੋਮੀਨੇ ਨੂੰ ਡਿਕਲਾਈਨ 'ਤੇ ਕਰ ਦੇਗਾ, ਸੁਤੰਤਰਤਾ, ਸਮਾਨਤਾ, ਭਾਈਚਾਰਕ ਹੋਂਦ ਆ ਜਾਏਗੀ, ਤਾਂ ਐਡਵਾਂਸ ਇਕੋਨਮੀ ਦੇ ਵਿੱਚ ਪਹੁੰਚੇ ਹੋਏ ਲੋਕ ਜਿਹੜੇ ਨੇ ਉਹ ਹਾਲੇ ਵੀ ਜਾਤ ਦਾ ਆਪਣਾ ਨਾਮ ਸੰਗਲ ਲਾਈ ਬੈਠੇ ਨੇ। ਐਡਵਾਂਸ ਮੁਲਕਾਂ ਵਿੱਚ ਇੱਥੋਂ ਪੰਜਾਬੀ ਗਏ, ਹਾਲੇ ਵੀ ਉਹਨਾਂ ਦੇ ਨਾਮ ਨਾਲ ਜਾਤ ਬਹੁਤ ਲੱਗਦੀ ਹੈ, ਵਿਆਹ ਸ਼ਾਦੀਆਂ ਉਵੇਂ ਹੁੰਦੀਆਂ ਨੇ। ਸੋ ਦੋਸਤੋ, ਮੈਂ ਕਹਿਣਾ ਚਾਹੁੰਦਾ ਕਿ ਇਹ ਇੱਕ ਵਿਸ਼ੇਸ਼ ਸੰਸਕ੍ਰਿਤੀ ਹੈ, ਦਲਿਤ ਸੰਸਕ੍ਰਿਤੀ ਹੈ, ਜਿਹਦੇ ਆਪਣੇ ਕੁਝ ਨੇਮ ਨੇ, ਆਪਣਾ ਜੀਵਨ ਦਾ ਇੱਕ ਸਟਾਈਲ ਹੈ, ਉਹਦੀਆਂ ਭਾਵਨਾਵਾਂ ਨੇ, ਉਹਦਾ ਇੱਕ ਦ੍ਰਿਸ਼ਟੀਕੋਣ ਹੈ, ਅਤੇ ਉਹਦੇ ਇੱਕ ਆਈਡੀਆਲੋਜੀਕਲ ਬੇਸ ਦੇ ਵਿੱਚ ਉਹਨਾਂ ਦੇ ਕੁਝ ਨੇਤਾ ਨੇ, ਮੈਂ ਜਿਨ੍ਹਾਂ ਨੂੰ ਅੰਬੇਡਕਰਵਾਦ ਕਹਿਣਾ। ਅੰਬੇਡਕਰ ਦੇ ਨਾਲ ਜੋਤੀਰਾਓ ਫੂਲੇ ਦੀ ਇੱਕ ਮੂਵਮੈਂਟ ਹੈ। ਜਦੋਂ ਸੋਸ਼ਲ ਫਿਨੋਮੀਨੇ ਵਿੱਚ ਉਹਦੀ ਮੁਕਤੀ ਦੀ ਗੱਲ ਆਉਂਦੀ ਹੈ ਤਾਂ ਅੰਬੇਡਕਰ ਪ੍ਰਸੰਗਕ ਰਹੇਗਾ। ਔਰ ਬਹੁਤ ਸਾਰਾ ਦਲਿਤ ਸਾਹਿਤ ਜਿਹੜਾ ਹੈ, ਬਹੁਤ ਸਾਰਾ ਦਲਿਤ ਕਾਵਿ ਜਿਹੜਾ ਹੈ, ਉਹ ਅੰਬੇਡਕਰ ਤੋਂ ਪ੍ਰੇਰਣਾ ਲੈਂਦਾ ਹੈ। ਜਦੋਂ ਅੰਬੇਡਕਰ ਸਮਾਜਿਕ ਪੱਧਰ 'ਤੇ ਆਪਣੇ ਦਰਸ਼ਨ ਦੀ ਅਭਿਵਿਅਕਤੀ ਕਰਦਾ ਹੈ ਤਾਂ ਉਹ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਨੈਤਿਕ ਤੌਰ 'ਤੇ
ਮਨੁੱਖ ਦੀ ਆਜ਼ਾਦੀ ਦਾ ਮਸਲਾ ਲੈ ਕੇ ਆਉਂਦਾ। ਔਰ ਬਹੁਤ ਸਾਰੇ ਦੋਸਤਾਂ ਨੂੰ ਇਹ ਹੁਣ ਤੱਕ ਮੁਸ਼ਕਲ ਰਹੀ ਹੈ। ਮਸਲਾ ਸਮਾਜਿਕ ਹੈ, ਮਨੁੱਖ ਦੇ ਰੰਗ ਭੇਦ ਦਾ ਹੈ, ਮਨੁੱਖ ਦੇ ਜਾਤੀ ਸੰਸਕਾਰ ਦਾ ਹੈ, ਸਮਾਜਿਕ ਪੱਧਰ ਦਾ ਹੈ, ਉਸ ਨੂੰ ਨਿਰੂਪਣਾ ਸਮਝਣ ਦਾ ਹੈ, ਉਸ ਵਿਸਥਾਪਨ ਦਾ ਹੈ। ਇਕੋਨਮੀ ਦੇ ਪੱਧਰ 'ਤੇ ਕਿਵੇਂ ਸੁਲਝਾਵਾਂਗੇ? ਜਿਹੜੇ ਲੋਕ ਸ਼ਹਿਰੀ, ਜਿਵੇਂ ਮਿੱਤਰ ਨੇ ਕਿਹਾ ਸੀ, ਬਹੁਤ ਸਾਰੀ ਰੀਤ ਸਾਡੇ ਸ਼ਹਿਰਾਂ 'ਚ ਬਸੀ ਹੋਈ ਹੈ। ਬਣਤਰ ਦੇ ਪੱਧਰ 'ਤੇ ਅਸੀਂ ਨਜ਼ਰ ਆਉਂਦੇ ਹਾਂ ਪਿੰਡਾਂ ਦੇ ਵਿੱਚ, ਇਹ ਫਲਾਣਾ ਘਰ ਹੈ, ਫਲਾਣਾ ਘਰ ਹੈ, ਫਲਾਣਾ ਗਲੀ ਹੈ। ਵਰਤਾਰੇ ਦੇ ਪੱਧਰ 'ਤੇ ਅਸੀਂ ਨਜ਼ਰ ਨਹੀਂ ਆਉਂਦੇ, ਪਰ ਵਿਤਕਰਾ ਉਵੇਂ ਹੀ ਹੈ। ਵਰਤਾਰੇ ਦੇ ਪੱਧਰ ਦੇ ਉੱਪਰ ਇਨਵਿਜ਼ੀਬਲ ਹਾਂ ਅਸੀਂ ਸਾਰੇ, ਪਰ ਜਿਹੜੀ ਵਿਤਕਰਾ ਹੈ, ਇੱਕ ਸਾਡਾ ਕਾਸਟ ਦਾ ਫਿਨੋਮਨਾ ਜਿਹੜਾ ਹੈ, ਆਪਣੇ ਆਪ ਨੂੰ ਸੁਪੀਰੀਅਰ ਅਤੇ ਦੂਜੇ ਨੂੰ ਇਨਫੀਰੀਅਰ ਸਮਝਣ ਦੀ ਜਿਹੜੀ ਮਨੋਵਿਰਤੀ ਹੈ, ਉਹ ਚੇਂਜ ਨਹੀਂ ਹੋਈ, ਕਿਉਂਕਿ ਹਜ਼ਾਰਾਂ ਸਾਲਾਂ 'ਚ ਪੈਦਾ ਹੋਈ ਇਹ ਭਾਵਨਾ ਇੱਕ ਐਡਵਾਂਸ ਟੈਕਨੋਲੋਜੀ ਦੇ ਖੇਤਰ ਵਿੱਚ 2-4 ਦਿਨਾਂ ਵਿੱਚ ਨਹੀਂ ਚੇਂਜ ਹੋ ਜਾਏਗੀ, ਸਮਾਂ ਲੱਗੇਗਾ। ਸੋ ਇਸ ਪੱਖ ਤੋਂ ਜਿਨ੍ਹਾਂ ਕਵੀਆਂ ਨੇ ਹੁੰਗਾਰਾ ਭਰਿਆ ਹੈ, ਜਿਨ੍ਹਾਂ ਨੇ ਆਪਣੀ ਕਾਵਿ ਦੇ ਰਾਹੀਂ ਇਸ ਸਮੱਸਿਆ ਨੂੰ ਲੈ ਕੇ ਆਂਦਾ ਹੈ ਕਿ ਸਾਨੂੰ ਤਾਂ ਇੱਕ ਸਮਤਾਮੂਲਕ ਸਮਾਜ ਚਾਹੀਦਾ ਹੈ, ਸਾਨੂੰ ਸਵੈਮਾਨ ਚਾਹੀਦਾ ਹੈ, ਅਸੀਂ ਵੀ ਜਿਉਣ ਜੋਗੇ ਹੋਈਏ। ਉਹਨਾਂ ਨੇ ਕਵਿਤਾ ਦੀ ਜਿਹੜੀ ਪੇਸ਼ਕਾਰੀ ਕੀਤੀ ਹੈ, ਉਸ ਦੁੱਖ ਅਤੇ ਸੰਕਟ 'ਚੋਂ ਕੀਤੀ ਹੈ। ਉਹਦੀ ਆਪਣੀ ਇੱਕ ਵੱਖਰੀ ਕਾਵਿ ਭਾਸ਼ਾ ਹੈ, ਮੈਂ ਉਹ ਤੁਹਾਡੇ ਸਾਹਮਣੇ ਰੱਖੂੰਗਾ। ਉਸਦਾ ਇੱਕ ਉਹਦਾ ਕਵਿਤਾ ਦੇ ਅੰਦਰ ਵਿਸ਼ੇਸ਼ ਕਿਸਮ ਦਾ ਪ੍ਰਤੀਰੋਧ ਹੈ। ਪ੍ਰਤੀਰੋਧ ਵਿਵਸਥਾ ਪ੍ਰਤੀ ਦੇ ਮੁਕਾਬਲੇ 'ਤੇ ਹੈ। ਮੈਂ ਇਸ ਨੂੰ ਥੋੜ੍ਹਾ ਕਲੀਅਰ ਕਰਨਾ ਚਾਹੁੰਦਾ ਕਿ ਜਿਸ ਵਿਵਸਥਾ ਵਿੱਚ ਉਹ ਰਹਿ ਰਿਹਾ ਹੈ, ਸਭ ਤੋਂ ਨੇੜਲਾ ਦੁਸ਼ਮਣ ਉਹਦੀਆਂ ਗਲੀਆਂ ਨੇ, ਉਹਦਾ ਪਿੰਡ ਹੈ, ਉਹ ਕਮਿਊਨ ਆ ਜਿਹੜਾ ਕੰਕਰੀਟ ਆ, ਚੇਂਜ ਨਹੀਂ ਹੋ ਪਾ ਰਿਹਾ, ਉਹਦੀ ਟਰਾਂਸਫਾਰਮੇਸ਼ਨ ਨਹੀਂ ਹੋ ਪਾ ਰਹੀ, ਪਿੰਡ ਉੱਥੇ ਹੀ ਖੜ੍ਹਾ ਹੈ। ਮੇਰੇ 5-7 ਮਿੱਤਰਾਂ ਦੇ ਸ਼ਹਿਰ 'ਚ ਆ ਕੇ ਬਸਣ ਨਾਲ ਪਿੰਡ ਚੇਂਜ ਨਹੀਂ ਹੋ ਗਿਆ ਹੈ। ਪਿੰਡ ਦਾ ਵਰਤਾਰਾ ਅਤੇ ਬਣਤਰ ਬਿਲਕੁਲ ਪ੍ਰਤੱਖ ਸ਼ੀਸ਼ੇ ਵਾਂਗ ਹੈ। ਇਹ ਫਲਾਣੇ ਦੀ ਪੱਤੀ ਹੈ, ਫਲਾਣੇ ਦਾ ਮੁੰਡਾ ਹੈ, ਫਲਾਣੇ ਦਾ। ਇਸ ਵਰਤਾਰੇ ਦੇ ਵਿੱਚੋਂ ਉਹ ਕਵੀ ਜੋ ਕੁਝ ਸਹਿਣ ਕਰਦਾ ਹੈ, ਉਹਦੀ ਅਭਿਵਿਅਕਤੀ ਕਾਵਿ ਦਾ ਕੇਂਦਰ ਹੈ। ਜੇ ਕੁਝ ਟਰਾਂਸਫਾਰਮੇਸ਼ਨ ਸ਼ਹਿਰਾਂ 'ਚ ਹੋਈ ਵੀ ਹੈ, ਉਸ ਨੂੰ ਲੈ ਕੇ ਜੋ ਮੇਰੇ ਦੋਸਤ ਚਿੰਤਕ ਬੋਲਦੇ ਰਹੇ ਨੇ, ਉਹ 2% ਹੈ। ਅੰਕੜੇ ਦਿੱਤੇ ਸੀ 2 ਕਰੋੜ 43 ਲੱਖ ਵਿੱਚੋਂ 90 ਲੱਖ ਲੋਕ ਨੇ, 58 ਤੋਂ ਜ਼ਿਆਦਾ ਲੱਖ ਲੋਕ ਹਾਲੇ ਵੀ ਪਿੰਡਾਂ 'ਚ ਵੱਸਦੇ ਨੇ, ਸਿਰਫ 2% ਪੜ੍ਹੇ ਹੋਏ ਨੇ। 2% ਸਮਾਜ ਦੇ ਪੜ੍ਹਨ ਦੇ ਨਾਲ ਕੀ ਇਕੋਨਮੀ ਜਾਂ ਸੋਸ਼ਲ ਲਾਈਫ ਦੇ ਵਿੱਚ ਕੋਈ ਚੇਂਜ ਆਏਗੀ? ਅਸੀਂ ਫੈਸਲੇ ਕਰਦੇ ਹਾਂ 58 ਲੱਖ ਲੋਕਾਂ ਦੇ 2% ਲੋਕਾਂ ਦੇ ਆਧਾਰ ਦੇ ਉੱਪਰ, ਕਾਵਿ ਦੇ ਵਿੱਚ ਵੀ, ਸਾਹਿਤ ਵਿੱਚ ਵੀ, ਜੀਵਨ ਵਿੱਚ ਵੀ, ਦਰਸ਼ਨ ਵਿੱਚ ਵੀ। ਕਿੰਨੇ ਮੁਗਾਲਤੇ ਨੇ, ਕਿੰਨੀਆਂ ਮੈਂ ਸਮਝਦਾ ਵਧੀਕੀਆਂ ਨੇ ਆਪਸ ਵਿੱਚ ਅਸੀਂ ਕਰ ਰਹੇ ਹਾਂ। ਜਿਨ੍ਹਾਂ ਲੋਕਾਂ ਦਾ ਜੀਵਨ ਹੈ, ਜਿਨ੍ਹਾਂ ਲੋਕਾਂ ਦੇ ਅੰਦਰ ਭਾਵਨਾਵਾਂ ਨੇ ਮਨੁੱਖੀ ਜੀਵਨ ਜਿਉਣ ਦੀਆਂ, ਉਹਨਾਂ ਨੂੰ ਸਾਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਦੋਸਤੋ, ਮੈਂ ਉਹਨਾਂ ਦੇ ਬਾਰੇ ਸੋਚਦਾ ਕਿ ਉਹਨਾਂ ਦੀ ਤਾਂ ਉਹਨਾਂ ਦੇ ਨਾਇਕ ਕਿਹੜੇ ਨੇ। ਤੁਸੀਂ ਦੇਖੋ, ਉਹ ਜਦੋਂ ਉਹ ਆਪਣੇ ਨਾਇਕ ਦੇ ਰੂਪ ਦੇ ਵਿੱਚ ਉਹ ਸੰਬੋਧਨ ਕਰਦੇ ਨੇ, ਤਾਂ ਉਹਦੇ ਸਵੈ ਜੀਵਨੀ ਦਾ ਚਿੰਤਨ ਜਿਹੜਾ ਸ਼ਾਮਿਲ ਹੋ ਜਾਂਦਾ ਹੈ। ਤੁਸੀਂ ਸਾਰੇ ਜਾਣਦੇ ਹੋ, ਸਭ ਤੋਂ ਪਹਿਲਾਂ ਔਰਤ ਜਦੋਂ ਆਪਣਾ ਦਰਦ ਬਿਆਨ ਕਰੇਗੀ, ਉਹ ਮੈਂ ਕਹੇਗੀ। ਦਲਿਤ ਨੇ ਵੀ ਮੈਂ ਕਿਹਾ, ਤੂੰ ਤੇ ਬਾਅਦ 'ਚ ਗਿਆ ਹੋ। ਮੈਂ ਇਹਨੂੰ ਲੈ ਕੇ ਉਸਨੇ ਆਪਣੀ ਕਵਿਤਾ ਲਿਖੀ, ਆਪਣੀ ਸਵੈ ਜੀਵਨੀ ਲਿਖੀ, ਆਪਣੇ ਜੀਵਨ ਦਾ ਟੋਟਾ ਲਿਖਿਆ। ਸੋ ਕਾਵਿਕ ਰੂਪ ਇਹਦਾ ਬਿਰਤਾਂਤਕਾਰੀ ਹੈ। ਪਹਿਲੀ ਗੱਲ ਇਹ ਗਜ਼ਲ ਦੀ ਚਮਤਕਾਰੀ ਜਾਂ ਇੱਕਦਮ ਲਾਈਟ 'ਚ ਆਉਣ ਵਾਂਗ ਨਹੀਂ ਹੈ। ਉਹਨੇ ਆਪਣਾ ਜੀਵਨ ਬਿਰਤਾਂਤ ਲੈ ਕੇ ਆਉਣਾ। ਉਸਦੇ ਜੀਵਨ ਵਿੱਚ ਕੀ ਸੰਕਟ ਹੈ, ਕੀ ਉਹਨੇ ਭੋਗਿਆ, ਜਾਤ ਦਾ ਦਮ ਕਿਵੇਂ ਸਹਿਣ ਕੀਤਾ, ਔਰਤ ਨੇ ਕਿਵੇਂ ਆਪਣੀ ਅਧੀਨਗੀ ਆਪਣੇ ਘਰ ਵਿੱਚ ਅਪਣਾਈ ਹੈ, ਬਾਹਰ ਗਲੀਆਂ ਵਿੱਚ ਉਹਨੂੰ ਕੀ ਸਮਝਿਆ ਜਾਂਦਾ ਹੈ, ਕਿਵੇਂ ਉਹ ਉਸ ਦੇ ਸੁਤੰਤਰ ਜੀਵਨ ਨੂੰ ਅਸੀਂ ਦੇਖਦੇ ਹਾਂ, ਉਹ ਵੀ ਇੱਕ ਬਿਰਤਾਂਤ ਹੈ। ਸੋ ਮੈਂ ਸਮਝਦਾ ਇੱਕ ਤਾਂ ਇਹ ਸੰਬੋਧਨੀ ਕਾਵਿ ਹੈ, ਕਿਉਂਕਿ ਸੰਬੋਧਨ ਕਰ ਰਿਹਾ ਵਿਵਸਥਾ ਨੂੰ। ਉਸ ਵਿਵਸਥਾ ਵਿੱਚ ਨਾ ਰਾਜ ਸੱਤਾ ਦੇ ਉੱਪਰ ਬੈਠੇ ਕਾਬਜ਼ ਮੰਤਰੀ ਨੇ ਹੋਇਆ, ਅਤੇ ਨਾ ਕੋਈ ਬਸਤੀਵਾਦੀ ਸੋਚਦਾ ਕੋਈ ਹੋ ਰਿਹਾ, ਸਿਰਫ ਨੇੜਲਾ ਦੁਸ਼ਮਣ ਹੈ ਉਸਦਾ, ਜਿਹਨੂੰ ਕੱਲ੍ਹ ਦਮਨ ਕਰਨ ਵਾਲਾ ਵਿਅਕਤੀ ਕਿਹਾ ਸੀ। ਉਹ ਸਾਡੀ ਵਿਵਸਥਾ ਹੈ। ਵਿਵਸਥਾ ਦੇ ਸੰਚਾਲਕ ਕੌਣ ਨੇ, ਇਹਨੂੰ ਸਮਝਣ ਦੀ ਕੋਈ ਬਹੁਤੀ ਚਿੰਤਾ ਦੀ ਲੋੜ ਨਹੀਂ ਹੈ ਸਾਨੂੰ। ਅਤੀਤ ਮੁੱਖ ਹੈ ਨੰਬਰ, ਬਿਰਤਾਂਤਕ ਕਾਵਿ ਦੇ ਰਾਹੀਂ ਕਾਵਿ ਆਪਣਾ ਸਫਰ ਕਰਦੀ ਹੈ, ਔਰ ਸੰਬੋਧਨੀ ਕਾਵਿ ਹੈ। ਇਸ ਤੋਂ ਬਿਨਾਂ ਇਹ 'ਚ ਹੋਰ ਕੋਈ ਤੱਤ ਮੈਨੂੰ ਨਜ਼ਰ ਨਹੀਂ ਆਇਆ ਹੈ। ਜਿਹੜੀ ਮੈਂ ਮੂਲਕ ਸੰਵੇਦਨ ਹੈ, ਉਹ ਸਵੈ ਜੀਵਨੀ ਮੂਲਕ ਹੈ, ਔਰ ਮੈਂ ਤੋਂ ਪਾਰ ਜਾ ਕੇ ਪ੍ਰਕਿਰਤਿਕ ਬਿੰਬਾਂ ਰਾਹੀਂ ਇਹ ਆਪਣੇ ਦੁੱਖ ਨੂੰ ਤੁਹਾਡੇ ਸਾਹਮਣੇ ਰੱਖਦੀ ਹੈ। ਮੈਂ ਇੱਕ ਕਵਿਤਾ ਤੁਹਾਡੇ ਸਾਹਮਣੇ ਪੜ੍ਹੂੰਗਾ। ਮਦਨ ਵੀਰਾ, ਮੈਂ ਪਿਛਲੇ ਦਿਨਾਂ 'ਚ ਕੁਛ ਉਹਦੀਆਂ ਕਿਤਾਬਾਂ ਨੂੰ ਦੇਖਿਆ, ਉਹ ਪਾਣੀ ਨੂੰ ਵੀ ਕਹਿ ਰਿਹਾ ਕਿ ਮੈਂ ਇਹਨੂੰ ਹਲਚਲ, ਇਹਨੂੰ ਮੈਂ ਚੇਂਜ ਕਰੂੰਗਾ, ਜਾਂ ਪ੍ਰਕਿਰਤੀ ਵਿੱਚ ਜੋ ਵੀ ਬਿੰਬ ਨੇ ਸਾਰੇ ਉਹਦੀ ਕਾਵਿ ਦਾ ਮਾਧਿਅਮ ਬਣਦੇ ਨੇ। ਸੋ ਪ੍ਰਕਿਰਤੀ ਇਸ ਕਾਵਿ ਦੇ ਵਿੱਚ ਮੂਲ ਰੂਪ 'ਚ ਆਉਂਦੀ ਹੈ, ਕਿਉਂਕਿ ਪ੍ਰਕਿਰਤੀ ਵਿੱਚ ਰਹਿੰਦਿਆਂ ਹੀ ਉਹ ਪਾਣੀ ਦਾ ਦਮ ਸਹਿਣ ਕਰਦਾ ਹੈ,
ਮਿੱਟੀ ਦਾ ਦਮ ਸਹਿਣ ਕਰਦਾ ਹੈ, ਅਨਾਜ ਦਾ, ਬਨਸਪਤੀ ਦਾ, ਉਹਦੇ ਕੋਲ ਅਧਿਕਾਰ ਹੀ ਕੋਈ ਨਹੀਂ ਹੈ। ਜੇ ਮੇਰਾ ਦੋਸਤ ਬੋਲ ਕੇ ਗਿਆ ਸੀ, ਜੇ ਇੱਕ ਔਰਤ ਨੂੰ ਬਾਹਰ ਗਈ ਨੂੰ ਕੋਈ ਬੰਦਾ ਆਪਣੇ ਖੇਤ ਵਿੱਚੋਂ ਦੁਰਕਾਰਦਾ ਹੈ ਤਾਂ ਉਹ ਪ੍ਰਕਿਰਤੀ ਨੂੰ ਦੁਰਕਾਰ ਰਿਹਾ ਹੈ, ਉਹ ਨੇਚਰ ਦੇ ਖਿਲਾਫ ਜਾ ਰਿਹਾ ਹੈ। ਪਰ ਇਹ ਕਵਿਤਾ ਨੇਚਰ ਦੀ ਹੈ। ਇੱਕ ਮਨੁੱਖ ਸੰਪੂਰਨ ਮਨੁੱਖ ਕਿਵੇਂ ਹੋਵੇ? ਪ੍ਰਕਿਰਤੀ ਨੇ ਸਾਨੂੰ ਸਾਰਿਆਂ ਨੂੰ ਕੋਈ ਜਾਤ ਦਾ ਦੰਭ ਲਾ ਕੇ ਨਹੀਂ ਭੇਜਿਆ ਹੈ, ਕੋਈ ਗਲਤ ਬੈਂਡਰ ਲਾ ਕੇ ਨਹੀਂ ਭੇਜਿਆ ਹੈ। ਪ੍ਰਕਿਰਤੀ ਦੇ ਰਾਹੀਂ ਸਾਰੇ ਇੱਕੋ ਕਿਸਮ ਦੇ ਪੈਦਾ ਹੁੰਦੇ ਆ। ਜਿਹਨੂੰ ਕਬੀਰ ਜੀ ਕਹਿੰਦੇ ਸੀ ਕਿ ਤੂੰ ਕਿਹੜੇ ਰਸਤੇ ਆਇਆ ਬਈ, ਤੂੰ ਕਿਹੋ ਜਿਹਾ ਬ੍ਰਾਹਮਣ ਹੈ, ਕਿਹੜੇ ਬ੍ਰਹਮ ਦੀ ਪੂਜਾ ਕਰਦਾ? ਮੈਂ ਵੀ ਉੱਥੋਂ ਆਇਆ ਅਤੇ ਤੂੰ ਵੀ ਉੱਥੋਂ ਆਇਆ, ਅਤੇ ਫਿਰ ਬਖਰੇਵਾਂ ਕਾਹਦਾ? ਤੇਰੇ 'ਚ ਕਿਹੜਾ ਖੂਨ ਹੈ ਅਤੇ ਮੇਰੇ 'ਚ ਕਿਹੜਾ ਦੁੱਧ ਹੈ, ਤੇਰੇ 'ਚ ਕਿਹੜਾ ਪਾਣੀ ਹੈ ਅਤੇ ਉਹਦੇ 'ਚ ਕੀ ਹੈ? ਇਹ ਸਾਰਾ ਕੁਝ ਕਲੀਅਰ ਹੋ ਚੁੱਕਿਆ। ਸੋ ਪਹਿਲਾਂ ਤਾਂ ਮੈਂ ਇਸ ਤੋਂ ਬਾਅਦ ਅਗਲੀ ਗੱਲ 'ਤੇ ਆਉਣਾ ਕਿ ਇਹ ਸਾਰਾ ਕੁਝ ਗੀਤ ਕਾਵਿ ਰਾਹੀਂ, ਗਜ਼ਲ 'ਚ ਬਹੁਤ ਘੱਟ ਆਇਆ, ਆਜ਼ਾਦ ਨਜ਼ਮ ਦੇ ਰਾਹੀਂ, ਔਰ ਖ਼ਾਸ ਤੌਰ 'ਤੇ ਪੀਰੋ ਪ੍ਰੇਮਣ ਤੋਂ ਪਹਿਲਾਂ ਜਾਂ ਉਹਦੇ ਬਾਅਦ ਦੇ ਸਾਹਿਤ ਵਿੱਚ ਕਾਵਿ ਦੇ ਜਿਹੜੇ ਰੂਪ ਨੇ, ਖ਼ਾਸ ਤੌਰ 'ਤੇ ਤੁਕਾਂਤ ਮੇਲ ਨਾਲ ਜਿਹੜੀ ਸ਼ਾਇਰੀ ਆਈ ਉਹਦੇ ਰਾਹੀਂ ਪੇਸ਼ ਕੀਤਾ ਗਿਆ। ਕਿਉਂਕਿ ਬਿਰਤਾਂਤ ਜਿਹੜਾ ਹੈ ਉਹ ਆਪਣੀ ਸਿਰਜਣਾ, ਆਪਣਾ ਲਕਸ਼ ਜਿਹੜਾ ਹੈ ਉਹ ਬਿਰਤਾਂਤ ਘੱਟੋ ਘੱਟ ਸਾਹਿਤ ਦੇ ਉਹਨਾਂ ਜਿਹੜੇ ਮੈਂ ਸਮਝਦਾ ਅਪਰੂਵਡ ਜਿਹੜੇ ਛੰਦ ਸ਼ਾਸਤਰ ਰਾਹੀਂ ਜ਼ਿਆਦਾ ਪ੍ਰਭਾਵ ਦਿੰਦਾ ਹੈ। ਆਜ਼ਾਦ ਨਜ਼ਮ ਬੇਸ਼ੱਕ ਦਿੰਦੀ ਹੈ ਪਰ ਉਹਨਾਂ ਨਹੀਂ ਹੈ। ਸੋ ਇੱਕ ਤਾਂ ਮੈਂ ਤੁਹਾਡੇ ਰੱਖਣਾ ਚਾਹੁੰਦਾ ਸਾਹਮਣੇ ਕਿ ਇਹਦੇ 'ਚ ਹੈ ਅਸਲ 'ਚ ਕੀ? ਅਸੀਂ ਤਾਂ ਅੰਨੀ ਗੁਫਾ ਦੇ ਵਾਸੀ ਹਾਂ। ਇਹ ਕਵਿਤਾ ਦੀ ਲਾਈਨ ਹੈ, ਬਾਹਰ ਤੱਕ ਲੱਗਦੀ ਹੈ। ਅੰਨੀ ਗੁਫਾ ਸਾਡੇ ਵਾਸਤੇ ਹੀ ਹੈ, ਮੇਰੇ ਲਈ ਹੈ, ਮੇਰੇ ਪਿੰਡ ਵਾਲੇ ਲੋਕਾਂ ਲਈ ਹੈ, ਸ਼ਾਇਦ ਉੱਪਰਲੇ ਵਰਗ ਜਾਂ ਜਿਹੜੀ ਇੱਕ ਉੱਪਰਲਾ ਦੁਕਾਈ ਦਾ ਇੱਕ ਕਨਸੈਪਟ ਹੈ ਉਹਦੇ 'ਚ ਨਹੀਂ ਹੈ। ਤੁਸੀਂ ਨਹੀਂ ਪੜ੍ਹ ਸਕਦੇ ਹਬਕ ਮਾਰਦੇ ਸ਼ਬਦ ਨੂੰ, ਨਹੀਂ ਸੁਣ ਸਕਦੇ ਬਰਛੇ ਵਾਂਗ ਖੁੱਬੇ ਬੋਲਾਂ ਨੂੰ। ਇਹ ਬੋਲ ਦੀ ਤਾਸੀਰ ਹੈ। ਇਸ ਲਈ ਕਿਹੜਾ ਕਾਵਿ ਸ਼ਾਸਤਰ ਹੈ ਜਿਹੜੀ ਤੁਹਾਡੇ ਬਰਛੇ ਵਾਂਗ ਚੁੱਭਦੀ ਹੈ? ਉਹ ਚਾਹੇ ਔਰਤ ਦੇ ਸੀਨੇ ਚੁੱਭੇ, ਚਾਹੇ ਦਰਦ ਦੇ ਸੀਨੇ ਚੁੱਭੇ। ਤੁਹਾਡੇ ਨੱਕ ਨਾਜ਼ੁਕ ਨੇ, ਤੁਹਾਡੇ ਕੰਨ ਕੋਮਲ ਨੇ, ਕੂੜੀ ਦਾ ਅੰਬਾਰ ਫੋਲਦੇ, ਖੱਟੀ ਮਿੱਠੀ ਬਸਤ ਭਾਲਦੇ, ਟੁੱਕ ਟੋਲਦੇ, ਗੰਦਮੰਦ ਨਾਲ ਲਿਬੜੇ ਤੇ ਬੜੇ ਮੁਸ਼ਕ ਮਾਰਦੇ, ਸੂਰਾਂ ਦੇ ਝੁੰਡ ਨਾਲ ਉਲਝਦੇ। ਇਹ ਜੀਵਨ ਹੈ, ਇਹ ਜੀਵਨ ਹੈ, ਕੰਕਰੀਟ ਜੀਵਨ ਹੈ। ਇਹ ਸ਼ਹਿਰੀ ਟਰਾਂਸਫਾਰਮੇਸ਼ਨ ਨਾਲ, ਪੜ੍ਹ ਲਿਖਣ ਨਾਲ ਇਹ ਜੀਵਨ ਚੇਂਜ ਨਹੀਂ ਹੋਇਆ ਹੈ। ਮੈਂ ਦੋ ਉਦਾਹਰਨਾਂ ਦੇ ਕੇ ਆਪਣੀ ਗੱਲ ਅੱਗੇ ਤੋਰਦਾ। ਅੱਜ ਵੀ ਸਫਾਈ ਕਰਨ ਵਾਲੇ ਲੋਕ ਕੌਣ ਨੇ? ਜਦ ਸ਼ਾਮ ਬੈਠ ਕੇ ਦੇਖਿਓ। ਅਤੇ ਮੇਰੇ ਪਿੰਡ, ਤੁਹਾਡੇ ਪਿੰਡ ਦੀ ਜਿਹੜੀ ਗੰਦੀ ਬਸਤੀ ਦੇ ਨਾਲ ਹੱਡਾਂ ਰੋੜੀ ਹੈ, ਉਹਨੂੰ ਕੌਣ ਚੁੱਕਦਾ ਹੈ? ਪਸ਼ੂਆਂ ਨੂੰ। ਚੇਂਜ ਹੋਇਆ ਹੈ? ਜੇ ਚੇਂਜ ਨਹੀਂ ਹੋਇਆ ਤਾਂ ਫਿਰ ਕਵੀ ਕਿਵੇਂ ਚੇਂਜ ਹੋਗਾ? ਚਾਹੇ ਦਿੱਲੀ ਜਾ ਵਸੇ, ਚਾਹੇ ਪਟਿਆਲੇ ਆ ਜਾਵੇ। ਉਹਦਾ ਅਤੀਤ ਜਿਹੜਾ ਹੈ ਇੱਕ ਪ੍ਰੋਜੈਕਟ ਦੇ ਰੂਪ ਤੋਂ ਉਹਦੇ ਨਾਲ ਰਹੇਗਾ। ਜਿਹੜਾ ਉਹਨੇ ਭੋਗਿਆ ਹੈ, ਜੋ ਸੰਕਟ ਉਹਦੇ ਅੰਦਰ ਸੀ, ਸਮਾਜਿਕ, ਆਰਥਿਕ, ਸੱਭਿਆਚਾਰਕ, ਉਹਨੂੰ ਕਿਵੇਂ ਉਹ ਆਪ ਤੋਂ ਮੁਕਤ ਕਰ ਦੇਗਾ। ਹਾਂ, ਔਰਤ ਅਤੇ ਪ੍ਰਵਾਸੀ ਮਸਲਿਆਂ ਨਾਲ ਸੰਬੰਧਿਤ ਦਲਿਤ ਦੇ ਮਸਲਿਆਂ ਨਾਲ ਜੋ ਉਸਦੀ ਸੰਸਕ੍ਰਿਤੀ ਹੈ, ਜੋ ਉਹਦਾ ਜੀਵਨ ਹੈ, ਉਹਦੀ ਹੀ ਪੇਸ਼ਕਾਰੀ ਕਰੇਗਾ ਉਹ। ਤੁਸੀਂ ਹੁਣ ਲੱਖ ਭਾਵੇਂ ਕਹੀ ਜਾਓ ਕਿ ਇਹਨੂੰ ਤੁਸੀਂ ਇਸ ਦ੍ਰਿਸ਼ਟੀਕੋਣ ਤੋਂ ਕਰੋ, ਤੂੰ ਇਸ ਦ੍ਰਿਸ਼ਟੀਕੋਣ ਤੋਂ ਕਰੋ। ਹਾਂ, ਜਿਨ੍ਹਾਂ 'ਚ ਮੇਰੇ ਸੁਪਨੇ ਵੀ ਗਿਰਝ ਦੇ ਪੰਜਿਆਂ 'ਚ ਉੱਡਦੇ ਹਨ, ਉਹ ਸੁਪਨੇ ਗਿਰਝ ਦਾ ਪੰਜਾ। ਹਾਂਜੀ, ਅਗਲੀ ਗੱਲ ਹੈ ਕਿ ਇਹਦੇ 'ਚ ਵੋਕੈਬਲਰੀ ਕੈਸੀ ਹੈ ਜਿਹੜੀ ਉਹ ਕਾਵਿ ਸ਼ਾਸਤਰ ਦਾ ਹਿੱਸਾ ਬਣੇਗੀ। ਜ਼ਲੀਲ ਸੁਪਨੇ, ਖੁਰਦਰੇ ਹੱਥ, ਵਿਆਹੀ ਪਾਟੇ ਪੈਰ, ਯਤੀਮ ਧਰਤੀਆਂ ਦੇ ਮਾਲਕ। ਯਤੀਮ ਧਰਤੀ ਜਿਹਦਾ ਕੋਈ ਮਾਲਕ ਨਹੀਂ ਹੈ, ਉਹਦੇ ਮਾਲਕ ਨੇ ਇਹ। ਅੱਜ ਤੱਕ ਇਹਨਾਂ ਨੂੰ ਇਹਨਾਂ ਦੇ ਨਾਂ 'ਤੇ ਰਜਿਸਟਰੀ ਨਹੀਂ ਹੋਣ ਲੱਗੀ, ਥੋੜ੍ਹਾ ਫਰਕ ਪਿਆ ਹੈ। ਰੰਬੀ ਯਾਰ, ਮੋਗਰੀ, ਪੱਥਰ, ਕਲਬੂਤ, ਇਹ ਕਿਹੜੇ ਸ਼ਬਦ ਨੇ? ਕਿਸ ਚੀਜ਼ ਨੂੰ ਡਿਪੈਕਟ ਕਰਦੇ ਨੇ? ਕੰਡਿਆਲੇ ਜ਼ਖਮ, ਖਾਮੋਸ਼ ਰੇਗਿਸਤਾਨ, ਹੱਡਾ ਰੋੜੀ ਦੀ ਗੰਦੀ ਬਾਸ, ਜੂਠੀਆਂ ਪੱਤਲਾਂ, ਪਿਚਕੀਆਂ ਛਾਤੀਆਂ, ਟੁੱਟੀਆਂ ਚੱਪਲਾਂ, ਮੈਲੀ ਟੋਕਰੀ, ਕਾਲੀ ਚਮੜੀ। ਇਸ ਕਵਿਤਾ ਦੇ ਕੁਛ ਮੈਂ ਕਵੀਆਂ ਦੇ ਕੋਲੋਂ ਲਿਆ ਹੈ। ਇਹ ਵੋਕੈਬਲਰੀ ਰਵਾਇਤੀ ਸਾਡੀ ਕਾਵਿ ਦੇ ਵਿੱਚ ਕਿਤੇ ਨਹੀਂ ਹੈ। ਇਹ ਹੋਣੀ ਵੀ ਨਹੀਂ ਹੈ ਉਹਨਾਂ ਕੋਲ। ਉਹਨਾਂ ਦਾ ਅਨੁਭਵ ਨਹੀਂ ਹੈ, ਉਹਨਾਂ ਨੇ ਉਸ ਤਰ੍ਹਾਂ ਦਾ ਜਿਉਇਆ ਹੀ ਨਹੀਂ ਹੈ। ਬਰਸਾਤ ਪੈਣ 'ਤੇ ਉਹਨਾਂ ਦੀਆਂ ਕੰਧਾਂ ਨਹੀਂ ਕੰਬੀਆਂ ਹਨ। ਇੱਥੇ ਬਰਸਾਤ ਪੈਣ 'ਤੇ ਕੰਧਾਂ ਕੰਬਦੀਆਂ ਨੇ ਅਤੇ ਢਹਿ ਵੀ ਜਾਂਦੀਆਂ ਨੇ। ਮੈਂ ਬਹੁਤੀ ਬਖਰੇਵਾਂ ਨਹੀਂ ਕਰ ਰਿਹਾ, ਬਹੁਤ ਸਾਰਾ ਜੀਵਨ ਸਾਡਾ ਇੱਕੋ ਕਿਸਮ ਦਾ ਹੋ ਗਿਆ, BA ਅਤੇ CA ਚਲਾ ਗਿਆ, ਪਰ ਮੈਂ ਬੇਸਿਕ ਏਜੰਡੇ 'ਤੇ ਆ ਰਿਹਾ। ਹਾਂ, ਵਿਸਥਾਪਿਤ ਮਨੁੱਖ ਦੇ ਨਾਇਕ ਜਿਹੜੇ ਉਹ ਕਿਹੜੇ ਨੇ? ਸੰਬੂਕ ਹੈ ਉਸਦਾ ਨਾਇਕ। ਇਸ ਕਾਵਿ ਦਾ ਨਾਇਕ ਸੰਬੂਕ ਹੈ, ਔਰ ਦ੍ਰੋਣਾਚਾਰੀਆ ਉਹਦਾ ਖਲ ਨਾਇਕ ਹੈ। ਦੂਸਰੇ ਵਰਗ ਦੇ ਲਈ ਦ੍ਰੋਣਾਚਾਰੀਆ ਨਾਇਕ ਹੈ, ਸਾਡਾ ਖਲ ਨਾਇਕ ਹੈ। ਉਹ ਸਾਡੇ ਅੰਗੂਠੇ ਦੀ ਬਲੀ ਲੈ ਕੇ ਮਨੁੱਖੀ ਅਸਤਿਤਵ ਨੂੰ ਖਤਰੇ 'ਚ ਪਾਉਂਦਾ ਹੈ। ਔਰ ਇੱਕ ਲੱਭਿਆ ਹੈ ਮੇਰੇ ਬਹੁਤ ਸਾਰੇ ਨਜ਼ਮਾਂ 'ਚ, ਮਾਧੋਪੁਰ ਜੀ ਬੈਠੇ ਆ, ਮਦਨ ਵੀਰਾ ਜੀ ਬੈਠੇ ਨੇ, ਇਹ ਸਾਡੇ ਨਾਇਕ ਨੇ। ਔਰ ਵਾਲਮੀਕੀ ਜੀ, ਚਾਰ ਬਾਰ ਪੇਰੀਆਰ ਤੇ ਅੰਬੇਡਕਰ,
ਇਸ ਤੋਂ ਬਿਨਾਂ ਚਰਵਾਹੇ, ਗਡਰੀਏ, ਸ਼ੀਰੀ ਸਾਂਝੀ ਇਹ ਸਾਡੇ ਨਾਇਕ ਨੇ। ਬਾਕੀ ਸਾਹਿਤ ਦੇ ਵਿੱਚ ਕਿਤੇ ਨਾਇਕ ਨਹੀਂ ਹਨ। ਉਹ ਮੈਂ ਦੇ ਸਕਦਾ ਉਦਾਹਰਨਾਂ ਤੁਹਾਨੂੰ ਕਿ ਉਹ ਫਿਲਰ ਨੇ। ਉਹ ਦੋਸਤੋ ਮੈਂ ਤੁਹਾਡੇ ਸਾਹਮਣੇ ਸਪਸ਼ਟ ਕਰਨਾ ਚਾਹੁੰਦਾ, ਮੈਨੂੰ ਬਾਅਦ ਭਾਵੇਂ ਜੋ ਮਰਜ਼ੀ ਕਿਹੋ, ਉਹ ਕਿੱਥੇ ਕਿੱਥੇ ਆਏ ਨੇ। ਦਲਿਤ ਸਾਹਿਤ ਦੇ ਨਾਇਕ ਕਿੱਥੇ ਆਏ ਨੇ ਜੀਵਨ ਦੇ ਫਿਲਰ ਦੇ ਵਿੱਚ, ਕਿ ਇਹਨਾਂ ਨੂੰ ਇਹ ਸਿਰਫ ਜੋ ਸਪੇਸ ਖਾਲੀ ਹੈ ਉਹਦੇ ਵਿੱਚ ਭਰੋ ਇਹਨਾਂ ਨੂੰ। ਮੈਂ ਗੁਰਦਿਆਲ ਸਿੰਘ ਦੇ ਬਾਰੇ, ਉਹਦਾ ਨਾਵਲ ਸੀ ਮੜੀ ਦਾ ਦੀਵਾ, ਉਹਦਾ ਜਿਹੜਾ ਜਗਸੀਰ ਪਾਤਰ ਹੈ, ਮੂਵਮੈਂਟ ਚੱਲ ਰਹੀ ਹੈ, ਦਲਿਤ ਪਾਤਰ ਆ, ਉਹ ਦਲਿਤ ਜੀਵਨ ਜਿਉਂਦਾ ਸੀਰੀ ਹੈ, ਅਤਿਅੰਤ ਮਾਰਮਿਕ ਜੀਵਨ ਜੀਵ ਰਿਹਾ ਹੈ। ਮੂਵਮੈਂਟ ਚੱਲ ਰਹੀ ਹੈ 1964 ਦਾ ਨਾਵਲ ਲਿਖਿਆ ਹੋਇਆ, ਉਹਦੇ ਵਿੱਚ ਕੋਈ ਨਾਇਕਤਾ ਦਾ ਕਨਸੈਪਟ ਨਹੀਂ ਦਿੱਤਾ ਉਸਨੂੰ, ਉਹਨੂੰ ਨਾਇਕ ਨਹੀਂ ਬਣਾਏਗਾ, ਖਲਨਾਇਕ ਹੀ ਰਿਹਾ ਉਹ। ਅਸੀਂ ਹੁਣ ਤੱਕ ਉਹਨੂੰ ਪੜ੍ਹਦੇ ਆ ਰਹੇ ਹਾਂ। ਇੱਕ ਮੂਵਮੈਂਟ ਦੇ ਵਿੱਚ ਵੀ ਟਰਾਂਸਫਾਰਮੇਸ਼ਨ ਨਹੀਂ ਹੋਈ ਉਸ ਵਿਅਕਤੀ ਦੀ, ਤਾਂ ਸਾਇੰਸ ਸਾਡਾ ਕੀ ਸਵਾਰੇਗਾ। ਸੋ ਇਹ ਇਹਨਾਂ ਦੇ ਜਿਹੜੇ ਪਥੇਰੇ ਨੇ, ਕੱਪੜਾ ਬੁਣਨ ਵਾਲੇ, ਰੂੜੀਆਂ ਤੇ ਕੂੜਾ ਢੋਣ ਵਾਲੇ, ਸੀਰੀ ਸਾਂਝੀ, ਮੈਲਾ ਢੋਣ ਵਾਲੇ, ਹੱਡਾ ਰੂੜੀ 'ਚ ਮੋਏ ਪਸ਼ੂ ਢੋਣ ਵਾਲੇ, ਕਾਲੇ ਰੰਗ ਦੇ ਅਫਰੀਕਨ, ਮੰਗਤਿਆਂ ਦੀ ਜੂਨ ਹੰਡਾਉਣ ਵਾਲੇ, ਨਰਮੇ ਕਪਾਹਾਂ ਚੁਗਣ ਵਾਲੀਆਂ, ਘਰਾਂ 'ਚ ਪੋਚੇ ਲਾਉਣ ਵਾਲੀਆਂ ਔਰਤਾਂ ਨੇ ਸਾਡੇ ਕੋਲ। ਇਹ ਸਾਡੇ ਵਸਤੂ ਜਥਾਰਤ ਦੀ ਇੱਕ ਸਥਿਤੀ ਹੈ। ਦੋਸਤੋ ਮੈਂ ਥੋੜ੍ਹਾ ਜਿਹਾ ਆ ਰਿਹਾ ਉਸੇ ਮਸਲੇ 'ਤੇ ਕਿ ਕਾਵਿ ਸ਼ਾਸਤਰ ਕਵਿਤਾ ਦੇ ਵਿੱਚ ਪਿਆ ਹੋਇਆ। ਕਵਿਤਾ ਖੁਦ ਬੋਲਦੀ ਹੈ ਕਿ ਮੇਰਾ ਕਾਵਿ ਸ਼ਾਸਤਰ ਬਾਹਰੀ ਕਿਸੇ ਚਿੰਤਕ ਨੂੰ ਲੋੜ ਨਹੀਂ ਹੈ ਪੈਦਾ ਕਰਨ ਦੀ। ਉਹਦੇ 'ਚ ਕਿਹੋ ਜਿਹੇ ਚਿੰਨ੍ਹ, ਪ੍ਰਤੀਕ, ਕਿਹੋ ਜਿਹਾ ਅਲੰਕਾਰ ਦੇ ਵਿਧਾਨ ਹੋਏਗਾ, ਕਿਹੋ ਜਿਹਾ ਸੁਹਜ ਹੋਏਗਾ। ਅਸਲ 'ਚ ਇਸ ਕਿਸਮ ਦੀ ਵੋਕੈਬਲਰੀ, ਇਸ ਕਿਸਮ ਦੀ ਕਵਿਤਾ ਆਪਣੇ ਅੰਦਰ ਇਹ ਸਾਰੇ ਕੁਛ ਦਾ ਇੱਕ ਸੁਹਜ ਕ੍ਰੀਏਟ ਕਰਦੀ ਹੈ। ਇਹ ਵੱਖਰੀ ਡੈਫੀਨੇਸ਼ਨ ਹੈ ਸੁਹਜ ਦੀ। ਅਤੇ ਸਾਡੇ ਕੋਲ ਮੈਂ ਨਹੀਂ ਬੋਲਣਾ ਚਾਹੂੰਗਾ ਕਿ ਔਰਤ ਦੇ ਅੰਦਰਲੀ ਸੁੰਦਰਤਾ ਅਤੇ ਬਾਹਰਲੀ ਸੁੰਦਰਤਾ, ਉਹਦੇ ਲਿਬਾਸ ਅਤੇ ਉਹਦੇ ਅੰਤਰੀਵ ਦੀ ਸੁੰਦਰਤਾ ਦੇ ਬਾਰੇ ਅਸੀਂ ਹੁਣ ਤੱਕ ਜੋ ਨੇਮ ਬਣਾਏ ਨੇ, ਉਹ ਨੇਮ ਸਾਡੇ ਕਿਸੇ ਕੰਮ ਦੇ ਨਹੀਂ ਹਨ। ਉਹਦੀਆਂ ਨੈਣਾਂ ਦੀ, ਉਹਦੇ ਜਿਸਮ ਦੀ, ਉਹਦੇ ਅੰਦਰਲੇ ਸਾਰੇ ਸੰਸਾਰ ਦੀ ਜੋ ਕੁਛ ਵੀ ਖੂਬਸੂਰਤੀ ਦੇ ਅਸੀਂ ਬਣਾਇਆ ਨੇ, ਉਹ ਅਲੱਗ ਚੀਜ਼ ਹੈ। ਮੈਂ ਉਹਦੇ ਵਿਦੋਚ ਨਹੀਂ ਜਾਂਦਾ ਹਾਂ, ਪਰ ਉਹਨਾਂ ਨਾਲ ਮੇਰਾ ਇਹ ਸਾਹਿਤ, ਦਲਿਤ ਸਾਹਿਤ ਨਹੀਂ ਮਾਪਿਆ ਜਾ ਸਕਦਾ। ਹਾਂ, ਕਵੀ ਕੀ ਕਹਿੰਦਾ ਹੈ, ਪਹਿਲਾਂ ਮੈਂ ਇੱਕ ਪਹਿਰਾ ਤੁਹਾਡੇ ਸਾਹਮਣੇ ਪੜ੍ਹਨਾ। ਦਲਿਤ ਕਵਿਤਾ ਖੁਦ ਹੀ ਆਪਣਾ ਕਾਵਿ ਸ਼ਾਸਤਰ ਹੈ, ਉਸ ਦਾ ਆਪਣਾ ਮੌਲਿਕ ਜਥਾਰਤ ਹੈ, ਆਪਣਾ ਹੀ ਮੌਲਿਕ ਕਾਵਿ ਵਿਧਾਨ ਹੈ, ਔਰ ਰਵਾਇਤੀ ਕਾਵਿ ਸ਼ਾਸਤਰ ਦਾ ਭਰਵੇਂ ਢੰਗ ਨਾਲ ਵਿਦਰੋਹ ਕਰਦੀ ਹੈ। ਜਦੋਂ ਵਿਵਸਥਾ ਦਾ ਵਿਰੋਧ ਹੋ ਗਿਆ, ਜਿਹੜੀ ਤੁਹਾਡੇ ਇੱਕ ਆਮ ਸਾਧਾਰਨ ਜਾਂ ਮਨੁੱਖ ਜਿਹੜੀ ਸਾਡੀ ਮਿਹਨਤ ਧਾਰਾ ਹੈ, ਉਸ ਦੇ ਕਾਵਿ ਸ਼ਾਸਤਰ ਦਾ ਵਿਰੋਧ ਆਟੋਮੈਟਿਕ ਹੋ ਜਾਏਗਾ, ਉਹਦੇ ਮੁੱਲ ਅਤੇ ਮਾਨਤਾਵਾਂ ਦਾ ਵਿਰੋਧ ਆਟੋਮੈਟਿਕ ਹੋ ਜਾਏਗਾ। ਉਹਨਾਂ ਮੁੱਦਾਂ ਦੇ ਕਾਰਨ ਹੀ ਤਾਂ ਮਨੁੱਖ ਦਲਿਤ ਮਨੁੱਖ ਬਣਿਆ, ਜਾਂ ਔਰਤ ਨੂੰ ਦਲਿਤ ਬਣਾਇਆ। ਔਰਤ ਦੋ ਕਿਸਮ ਦੀ ਦਲਿਤ ਹੈ। ਇੱਕ ਤਾਂ ਘਰ ਦੇ ਵਿੱਚ ਇੱਕ ਜਾਤ ਦੇ ਆਧਾਰ ਦੇ ਉੱਪਰ ਮਿਡਲ ਕਲਾਸ ਦੀ ਔਰਤ ਦੀ ਕੋਈ ਸਮੱਸਿਆ ਹੋਏਗੀ, ਸੁਪਰ ਮਿਡਲ ਕਲਾਸ ਦੀ ਹੋਏਗੀ, ਮੈਂ ਇਸ ਗੱਲ 'ਚ ਨਹੀਂ ਜਾਊਂਗਾ। ਮੇਰੇ ਲਈ ਔਰਤ ਜਿਹੜੀ ਉਹ ਹੈ ਜਿਹੜੀ ਹਾਲੇ ਵੀ ਪਿੰਡ ਦਾ ਗੋਹਾ ਕੂੜਾ ਕਰਦੀ ਹੈ, ਹਾਲੇ ਵੀ ਖੇਤਾਂ 'ਚ ਜਾਂਦੀ ਹੈ, ਹਾਲੇ ਵੀ ਕਪਾਹਾਂ ਚੁੱਕਦੀ ਹੈ, ਹਾਲੇ ਵੀ ਪੋਚੇ ਲਾਉਂਦੀ ਹੈ। ਮੈਂ ਤਾਂ ਉਸ ਔਰਤ ਦੀ ਗੱਲ ਕਰਨ ਦਾ, ਮੇਰੀਆਂ 7-8 ਕਿਤਾਬਾਂ ਵਿੱਚੋਂ ਪੂਰੀ ਕਿਤਾਬ ਨਿਕਲਦੀ ਹੈ। ਕੱਲ੍ਹ ਕਹਿ ਰਹੇ ਸੀ ਕਿ ਔਰਤ ਨੇ ਕਵਿਤਾ ਨਹੀਂ ਲਿਖੀ ਹੈ, ਕਿ ਜੇ ਇਹਦਾ ਭਾਵ ਇੱਥੇ ਵੀ ਨਿਕਲਦਾ ਹੈ, ਜੇ ਕਵਿਤਾ ਔਰਤ ਨੇ ਨਹੀਂ ਲਿਖੀ, ਆਪਣੀ ਸੰਵੇਦਨਾ ਨਹੀਂ ਲਿਖੀ, ਤਾਂ ਹੋਰ ਵੀ ਦਲਿਤ ਹੈ। ਉਹ ਗਿਆਨ ਤੋਂ ਵੀ ਹੋਣੀ ਹੈ, ਸਿੱਖਿਆ ਤੋਂ ਵੀ ਹੋਣੀ ਹੈ, ਉਹਨੂੰ ਮੌਕਾ ਉਪਲਬਧ ਨਹੀਂ ਕੀਤਾ ਗਿਆ। ਤਾਂ ਫਿਰ ਉਸ ਦੀ ਦਸ਼ਾ ਕੌਣ ਲਿਖ ਰਿਹਾ ਹੈ? ਉਹ ਔਰਤਾਂ ਜਿਹੜੀਆਂ ਯੂਨੀਵਰਸਿਟੀਆਂ 'ਚ ਪੜ੍ਹੀਆਂ, IAS ਅਫਸਰ ਲੱਗੀਆਂ, ਪ੍ਰੋਫੈਸਰ ਬਣੇ, ਜਾਂ ਉੱਪਰਲੇ ਜੀਵਨ ਵਿੱਚੋਂ ਗਏ, ਉਹ ਉਸ ਅਨੁਭਵ ਦੀ ਅਭਿਵਿਅਕਤੀ ਕਰ ਰਹੀਆਂ ਨੇ ਜਿਹੜਾ ਅਨੁਭਵ ਉਹਨਾਂ ਦਾ ਆਪਣਾ ਹੈ ਹੀ ਨਹੀਂ। ਤਾਂ ਫਿਰ ਉਹਦਾ ਘਰ ਵਾਲਾ ਜਾਂ ਉਹ ਸਮਾਜ ਦਾ ਵਿਅਕਤੀ ਕਿਉਂ ਨਾ ਕਰੇ? ਉਸ 'ਤੇ ਕਿਉਂ ਸਮੱਸਿਆ ਆ ਰਹੀ ਹੈ? ਮੈਨੂੰ ਪਤਾ ਮੇਰੀ ਮਾਂ ਨੇ ਇੱਕਦਮ ਭੋਗਿਆ, ਮੇਰੀਆਂ ਭੈਣਾਂ ਨੇ, ਮੇਰੇ ਗਲੀ ਗੁਆਂਢ ਦੇ ਵਿੱਚ ਕੀ ਹੋਇਆ, ਮੈਨੂੰ ਪਤਾ ਇਸ ਗੱਲ ਦਾ। ਸ਼ਾਇਦ ਉਸ ਔਰਤ ਨੂੰ ਨਹੀਂ ਪਤਾ ਹੈ ਜਿਹੜੀ ਉੱਚੇ ਦਰਿਆ 'ਚ ਬੈਠੀ ਹੈ। ਹਾਂ, ਇਹ ਰਵਾਇਤੀ ਕਾਵਿ ਸ਼ਾਸਤਰ ਇਸ ਯੋਗ ਨਹੀਂ ਜਿਸ ਨਾਲ ਦਲਿਤ ਹੋਣ ਦੀ ਮਾਨਸਿਕ ਪੀੜਾ ਅਤੇ ਬੇਵਸੀ ਨੂੰ ਕਿਸੇ ਚਿੰਨ੍ਹਾਂ, ਪ੍ਰਤੀਕਾਂ, ਬਿੰਬਾਂ, ਅਲੰਕਾਰਾਂ ਵਿੱਚ ਉਭਾਰਿਆ ਜਾ ਸਕੇ। ਹਾਂ, ਮੈਂ ਇਹ ਗੱਲ ਮੈਂ ਚਾਹੁੰਦਾ ਕਿ ਤੁਸੀਂ ਇਸ ਨੂੰ ਸੁਣੋ। ਚੰਗਾ ਹਾਂ ਕਲਾਹੀਣ, ਮੇਰਾ ਦੋਸਤ ਹੈ ਮਦਨ ਵੀਰਾ, ਮੈਨੂੰ ਲੱਗਿਆ ਕਿ ਮੈਂ ਦੁਬਾਰੇ ਸਭ ਕੁਝ ਪੜ੍ਹਿਆ ਤਾਂ ਇਹ ਮੇਰੇ ਤੋਂ ਵੀ ਬਹੁਤ ਅੱਗੇ ਨਿਕਲ ਗਿਆ। ਚੰਗਾ ਹਾਂ ਕਲਾਹੀਣ, ਰੰਗਾਂ ਤਿਰੰਗਾਂ ਤੋਂ ਵਿਰਬਾ। ਤੁਸੀਂ ਆਪਣੇ ਕੋਲ ਹੀ ਰੱਖੋ ਆਪਣਾ ਕਾਵਿ ਸ਼ਾਸਤਰ। ਇਹ ਕਵਿਤਾ ਦੀਆਂ ਲਾਈਨਾਂ ਨੇ। ਤੁਸੀਂ ਆਪਣੇ ਕੋਲ ਹੀ ਰੱਖੋ ਆਪਣਾ ਕਾਵਿ ਸ਼ਾਸਤਰ, ਰਸ ਸਿੰਧਾਤ ਅਤੇ ਛੰਦ ਛੜੱਪੇ, ਆਪਣੀ ਕਲਾ ਦੇ ਠੱਪੇ ਆਪਣੇ ਕੋਲ ਰੱਖੋ। ਉਹ ਸ਼ਬਦ ਮੇਰੇ ਲਈ ਸਖਣੇ ਨੇ ਜਿਨ੍ਹਾਂ 'ਚ ਮੇਰੇ ਮੁੜਕੇ ਦੀ ਮਹਿਕ ਨਹੀਂ। ਮੈਂ ਸ਼ਬਦਾਂ 'ਚ ਸੁਹਜ ਨਹੀਂ ਜੜਦਾ, ਸੁਹਜ ਲਈ ਲੜਦਾ ਹਾਂ। ਸ਼ਬਦ ਮੇਰੇ ਲਈ ਸਿਰਫ ਸ਼ਬਦ ਨਹੀਂ, ਜ਼ਿੰਦਗੀ ਦੇ ਰਣ 'ਚ ਜੂਝਦੇ ਜਹਾਦੀ ਨੇ, ਢਾਲ ਨੇ, ਬਾਣ ਨੇ। ਹਾਂ, ਥੋੜ੍ਹੀ ਇਹਦੀ ਮੈਂ ਇੱਕ ਸਕਿੰਟ 'ਚ ਵਿਆਖਿਆ ਕਰਦਾ। ਇਹ ਹੈ ਦਲਿਤ ਕਾਵਿ ਦਾ ਐਲਾਨ
ਇਸ ਦੀ ਖੂਬਸੂਰਤੀ ਤੇ ਸੋਹਜ ਵੀ ਇਹੋ ਹੈ ਕਿ ਇਸ ਦੇ ਨਕਾਰ ਤੇ ਵਿਰੋਧ 'ਚ ਵੀ ਸੋਹਜ ਪਿਆ ਹੋਇਆ। ਇਹਦਾ ਆਪਣੀ ਜਿਹੜੀ ਇਹ ਵਿਵਸਥਾ ਨੂੰ ਨਕਾਰਦੀ ਹੈ ਔਰ ਪ੍ਰਤੀਰੋਧ ਪੈਦਾ ਕਰਦੀ ਹੈ। ਜਿਹੋ ਜਿਹੀ ਵੋਕੈਬਲਰੀ ਇਸਨੇ ਘੜੀ ਹੈ, ਜਿਹੋ ਜਿਹੀ ਭਾਸ਼ਾ ਦਾ ਉਚਾਰ ਹੈ, ਉਹਦਾ ਇੱਕ ਆਪਣਾ ਸੋਹਜ ਹੈ, ਕਿਉਂਕਿ ਉਹਦੇ ਆਂਤਰਿਕ ਜੀਵਨ ਦੀ ਦਸ਼ਾ ਨੂੰ ਬਿਆਨ ਕਰਨ ਦੇ ਲਈ ਉਹ ਸਾਡੇ ਕੋਲ ਕੋਈ ਟੂਲ ਹੀ ਨਹੀਂ ਹੈ। ਉਦੋਂ ਇਹ ਇਸ ਕਾਵਿ ਦੇ ਨਾਇਕ ਵਿਸਥਾਪਿਤ ਮਨੁੱਖ ਜਿਹਨੂੰ ਮੈਂ ਕਿਹਾ ਹੈ, ਉਹ ਆਰਥਿਕ ਸਮਾਜਿਕ ਧਾਰਮਿਕ ਪੱਖੋਂ ਕਰ ਦਿੱਤਾ ਗਿਆ ਹੈ। ਸਾਡੇ ਵਿੱਚ ਰਹਿੰਦਾ ਹੋਇਆ ਵੀ ਸਾਡੇ ਵਿੱਚ ਨਹੀਂ ਹੈ, ਉਹ ਸਾਡੇ ਸਮਾਜ ਦਾ ਹਿੱਸਾ ਹੋਇਆ ਵੀ ਸਾਡੇ ਸਮਾਜ ਦਾ ਹਿੱਸਾ ਨਹੀਂ ਹੈ, ਨੂੰ ਇਸ ਜਾਤ ਦੇ ਅੰਧਕਾਰ ਖਿਲਾਫ ਲੜਨ ਲਈ ਪ੍ਰੇਰਦੀ ਹੈ। ਇਹ ਕਵਿਤਾ ਕੀ ਕਰਦੀ ਹੈ ਕਿ ਉਹ ਆਦਮੀ ਆਪਣੀ ਦਸ਼ਾ ਨੂੰ ਬਦਲੇ, ਆਪਣੀ ਸਥਿਤੀ ਨੂੰ ਚੇਂਜ ਕਰੇ। ਖਾਸ ਤੌਰ 'ਤੇ ਦੋਸਤੋ ਮੈਂ ਕਹਿਣਾ ਚਾਹੁੰਦਾ ਕਿ ਆਪਣੀ ਸੰਵੇਦਨਾਤਮਕ ਸ਼ੈਲੀ ਰਾਹੀਂ, ਕਾਵਿ ਦੇ ਮਾਧਿਅਮ ਰਾਹੀਂ ਤੁਹਾਡੇ ਤੱਕ ਆਪਣੀ ਗੱਲ ਰੱਖੇ ਹੋ ਕਿ ਮੈਂ ਇਸ ਕਿਸਮ ਦਾ ਜੀਵਨ ਜੀਉ ਰਿਹਾ, ਮੈਨੂੰ ਨਿਜਾਤ ਕਰੋ ਇਸ ਜੀਵਨ ਤੋਂ, ਮੈਨੂੰ ਵੀ ਸ਼ਾਮਿਲ ਕਰੋ, ਮੇਰੇ ਸਾਹਿਤ ਨੂੰ ਸ਼ਾਮਿਲ ਕਰੋ ਅਤੇ ਮੇਰੇ ਦਰਦ ਨੂੰ ਆਪਣੇ ਦਰਦ ਵਿੱਚ ਸਮੋ ਕੇ ਥੋੜ੍ਹਾ ਮੈਨੂੰ ਰਸਤਾ ਦਿਓ ਜੀਵਨ ਦਾ। ਹਾਂ, ਕਾਵਿ ਦੀ ਸ਼ਕਤੀ ਦਾ ਸ਼ਬਦ 'ਚ ਉਸਦਾ ਵਿਰੋਧ ਵੀ ਹੈ। ਇਹਦੇ 'ਚ ਦੇਖੋ ਤੁਸੀਂ, ਕਾਵਿ ਸ਼ਾਸਤਰ ਘੜਦਿਆਂ ਹੋਇਆ ਨਾਲ ਵਿਰੋਧ ਵੀ ਕਰਦਾ ਹੋ, ਨਕਾਰ ਵੀ, ਸੋਹਜ ਵੀ। ਪ੍ਰਕਿਰਤਿਕ ਬਿੰਬਾਂ ਰਾਹੀਂ ਜਿਸ ਤਰੀਕੇ ਨਾਲ ਕਾਵਿ ਸੋਹਜ ਦੇ ਰੂਪ 'ਚ ਵਿਸਥਾਪਿਤ ਨਾਇਕ ਬੋਲਦਾ ਹੈ, ਇਹ ਪ੍ਰਤੀਰੋਧ ਨਕਾਰ ਸਤ੍ਹਾ ਦੇ ਗਲਿਆਰਿਆਂ 'ਚ, ਬਖਤਰਬੰਦ ਗੱਡੀਆਂ 'ਚ ਮਨੂ ਸਮ੍ਰਿਤੀਆਂ ਸੰਭਾਲੀ ਬੈਠੇ ਪੂੰਜੀਪਤੀਆਂ ਦੇ ਖਿਲਾਫ ਹੀ ਨਹੀਂ, ਸਭ ਤੋਂ ਵੱਡੀ ਲੜਾਈ ਉਹਦੀ ਖੁਦ ਨਾਲ ਹੈ। ਮੈਂ ਬਸ ਲਾਸਟ ਹੀ ਸਾਰਾ ਕਰ ਰਿਹਾ ਕਿਉਂਕਿ ਮੈਨੂੰ ਪਤਾ ਹੈ, ਮੈਂ ਉਸ ਅੱਗ ਦੀ ਗੱਲ ਕਰ ਰਿਹਾ ਹੁਣ, ਉਸ ਵੋਕੈਬਲਰੀ ਦੇ ਬੈਕਗਰਾਊਂਡ 'ਤੇ ਕੀ ਪਿਆ ਹੋਇਆ ਅਤੇ ਕਵੀ ਉਹਨੂੰ ਕਿਵੇਂ ਬਦਲਣਾ ਚਾਹੁੰਦਾ ਹੈ। ਮੈਂ ਫਿਰ ਮਦਨ ਨੂੰ ਬੁਲਾਵਾ ਦੇ ਰਿਹਾ। ਐਨੀ ਹੈ ਅੱਗ, ਮੈਂ ਆਪਣੀਆਂ ਕਵਿਤਾਵਾਂ ਨਹੀਂ ਪੜ੍ਹ ਰਿਹਾ ਕਿਉਂਕਿ ਮੈਨੂੰ ਇਹ ਚੰਗਾ ਨਹੀਂ ਲੱਗੇਗਾ। ਐਨੀ ਹੈ ਅੱਗ ਕਿ ਪਿਘਲਾ ਦਈਏ ਸਾਰੀ ਧਰਤੀ। ਤੁਸੀਂ ਦੇਖੋ, ਅੰਦਾਜ਼ਾ ਲਾਓ ਕਵੀ ਦੇ ਅੰਦਰ ਕੀ ਹੈ ਉਹਦੇ ਅੰਦਰ ਛੁਪਿਆ ਹੋਇਆ। ਐਨੀ ਹੈ ਅੱਗ ਕਿ ਪਿਘਲਾ ਦਈਏ ਸਾਰੀ ਧਰਤੀ, ਲਾਵੇ ਵਾਂਗ ਢਾਲ ਦਈਏ ਟਾਪੂ ਦੇ ਜਜ਼ੀਰੇ। ਇੰਨਾ ਸੇਕ ਹੈ ਕਿ ਉਬਾਲ ਦਈਏ ਸਮੁੰਦਰ ਦਾ ਮੰਥਨ ਕੀਤਾ ਗਿਆ ਸੀ, ਵਿੱਚੋਂ ਕੀ ਨਿਕਲਿਆ ਸੀ ਸਾਡੇ ਕੰਮ ਦਾ ਨਹੀਂ ਹੈ ਉਹ। ਕਵੀ ਹੁਣ ਕੀ ਕਹਿੰਦਾ ਕਿ ਦੁਬਾਰੇ ਅਸੀਂ ਤਾਂ ਮੰਥਨ ਕਰੀਏ। ਉਬਾਲ ਦਈਏ ਸਮੁੰਦਰ, ਇੰਨੀ ਹੈ ਪੜਾਸ ਕਿ ਤੜਕ ਜਾਣ ਪਰਬਤ। ਦੋਸਤੋ, ਧਰਤੀ ਨੂੰ ਪਿਘਲਾਉਣਾ ਇੱਕ ਮੁਹਾਵਰਾ ਹੈ, ਮੈਂ ਅੱਗੋਂ ਡਿਵੈਲਪ ਕੀਤਾ ਉਸ ਨੂੰ। ਟਾਪੂ ਦੇ ਜਜ਼ੀਰੇ ਨੂੰ ਲਾਵੇ 'ਚ ਬਦਲਣਾ ਇੱਕ ਮੁਹਾਵਰਾ ਹੈ। ਸਮੁੰਦਰ ਨੂੰ ਉਬਾਲਣਾ ਸਾਡਾ ਮੁਹਾਵਰਾ ਹੈ। ਇਹ ਦਲਿਤ ਕਾਵਿ ਦਾ ਮੁਹਾਵਰਾ ਹੈ, ਪ੍ਰਾਚੀਨ ਸਾਹਿਤ ਦਾ ਮੁਹਾਵਰਾ ਨਹੀਂ ਹੈ ਇਹ। ਜਦੋਂ ਮੈਂ ਵਿਰੋਧ ਦੀ ਗੱਲ ਕਰਦਾ ਤਾਂ ਦਲਿਤ ਸਾਹਿਤ ਪ੍ਰਤੀ, ਧਰਮ ਪ੍ਰਤੀ, ਸੰਸਕ੍ਰਿਤੀ ਪ੍ਰਤੀ, ਰੱਬ ਪ੍ਰਤੀ, ਉਹ ਸਾਰੀਆਂ ਜਿਹੜੀਆਂ ਮੁੱਲ ਅਤੇ ਮਾਨਤਾਵਾਂ ਨੂੰ ਰੱਦ ਕੇ ਇੱਕ ਨਵਾਂ ਪਰਿਵੇਸ਼ ਡਿਵੈਲਪ ਕਰਨਾ ਚਾਹੁੰਦਾ ਉਹ, ਇੱਕ ਨਵੀਂ ਸਥਿਤੀ ਲਿਆਉਣਾ ਚਾਹੁੰਦਾ ਜਿੱਥੇ ਮਨੁੱਖ ਨੂੰ ਮਨੁੱਖ ਹੋਣ ਦਾ ਬਲ ਪੈਦਾ ਹੋਵੇ, ਉਹਦੇ ਅੰਦਰ ਇੱਕ ਔਰਤ ਸੁਤੰਤਰ ਹੋਵੇ ਆਪਣੇ ਆਪ ਦੇ ਵਿੱਚ। ਇੱਕ ਬਾਲ ਜਿਹੜਾ ਹੈ ਗਲਿਆਂ 'ਚ ਰੁਲਦਾ, ਆਪਣੀਆਂ ਜਟੂਰੀਆਂ ਵਿੱਚ ਮਿੱਟੀ ਨਾਲ ਲਿਬੜ ਕੇ ਜ਼ਿੰਦਗੀ ਤੋਂ ਨਿਸ਼ਤੋਂ ਨਮੂਦ ਨਾ ਹੋਵੇ ਉਹ। ਪਰਬਤਾਂ ਨੂੰ ਧੜਕਾਉਣਾ, ਇਹ ਸਾਡੇ ਸਮੁੰਦਰ ਮੰਥਨ ਦੇ ਮਿੱਥ ਨਾਲ ਸੰਬੰਧਿਤ ਸਮੁੱਚੇ ਮੁਹਾਵਰੇ ਨੂੰ ਮੁੜ ਤੋਂ ਸਿਰਜਦਾ ਹੈ। ਇਹ ਇਸ ਕਾਵਿ ਲਈ ਜ਼ਰੂਰੀ ਹੈ ਕਿ ਵੱਖਰੇ ਕਾਵਿ ਸ਼ਾਸਤਰ ਦੀ ਸਿਰਜਣਾ ਅਸੀਂ ਕਰੀਏ। ਉਹ ਕਾਵਿ ਸ਼ਾਸਤਰ ਜਿਹੜਾ ਇਸ ਟੈਕਸਟ ਦੇ ਪੈਰਲਲ ਹੋਵੇ, ਇਹਦਾ ਹਾਣੀ ਹੋਵੇ, ਇਹਦੇ ਅੰਦਰਲੀ ਸੰਵੇਦਨਾ, ਵੇਦਨਾ, ਤੜਪ ਨੂੰ ਦੀ ਪਹਿਚਾਣ ਕਰੇ। ਅਗਲੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਸਾਡੀਆਂ ਲੋਕ ਕਲਾਵਾਂ, ਕਬਾਇਲੀ ਜੀਵਨ ਦਾ ਸਾਡਾ ਇੱਕ ਜੀਵਨ ਵਿਧੀ, ਸਾਡੇ ਵਿਆਹ ਸ਼ਾਦੀਆਂ, ਸਾਡਾ ਸਾਰਾ ਕੁਛ ਜਿਹੜਾ ਹੈ ਉਹ ਅਲੱਗ ਕਿਸਮ ਦਾ ਹੈ, ਉਹ ਅਲੱਗ ਸੰਸਕ੍ਰਿਤੀ 'ਚ ਪੈਦਾ ਹੋਇਆ ਹੈ। ਉਹਨੂੰ ਪਹਿਚਾਣ ਕੇ ਸਾਨੂੰ ਸਾਡੇ ਜੀਵਨ ਨਾਲ ਤਾਲਮੇਲ ਕਰਨ ਦੀ ਜ਼ਰੂਰਤ ਹੈ ਤਾਂ ਕਿ ਇੱਕ ਸੁਸ਼ਿਕਸ਼ਿਤ ਚੰਗਾ ਸਮਾਜ ਪੈਦਾ ਹੋ ਸਕੇ। ਇਹ ਸਾਡੀ ਮਨੋਕਾਮਨਾ ਹੈ। ਬਹੁਤ ਮਿਹਰਬਾਨੀ, ਸ਼ੁਕਰੀਆ।